प्रथम भगवती सिमर कै गुरु नानक लई ते आए। प्रथम भगवती सिमर कै गुरु नानक लई ते आए। फिर अंगद गुर ते अमरदास रामदास होई सहाय। रामदास होई सहाय। दास होई सहाय। रामदास होई सहाय। तेग बहादुर सिमरिय तेग बहादुर सिमरिय करनो निद आवे ताए। सब ताई होए सहाय सब ताई होए सहाय। तेग बहादुर सिमरिय तेग करो श्री हर राय। अर्जन हर गोबिंद नो सिमरो श्री हर राय। श्री हर कृष्ण ते आय श्री हर कृष्ण ते आय। जिस डिठे सब दुख जाए जिस डिठे सब दुख जाए। जिस डिठे सब दुख जाए जिस डिठे सब दुख जाए। तेग बहादुर सिमरिय तेग बहादुर सिमरिय तेग बहादुर सिमरिय। वड्डा तेरा दरबार सच्चा तुर तखत सिर हाँ पातशाह हो। निर्शल चोर छत पोड़ी वड्डी हो वड्डा पार तेरा मतबा। रंग बिरंग अनेक न जपन करतबा। जिया अंदर जियो सब कुछ जान ला। सब कुछ तेरा वस तेरा कर भला। तेरे कर आनंद बधाई तुद कर। वाण महता तेज अपना आप जर। सर्ब कला भरपूर दिसै जत कथा। नानक दासन दास तुदे आगे बिनवता बिनवता। पौड़ी वड्डी हो वड्डा पार तेरा मर्तबा। रंग बिरंग अनेक न जापन करतबा। जिया अंदर जियो सब कुछ जान ला। सब किस तेरे वस तेरा कर भला। तेरे कर आनंद वधाई तुद कर। महान मान महता तेज अपना आप जर। सर्व कला भरपूर दिसै जद कथा। नानक दासन दास तुदे आगे बिनवता। श्लोक पवन गुरु पानी पिता माता धरत महत। दिवस रात दोए दाई दाया। खेलै सगल जगत चंगियाइयां बुरियाइयां। वाचै धर्म हदूर करमी आपो अपनी। के नेड़े के दूर जिनी नाम ध्याया गए मसकत काल। नानक ते मुख उजले केती छुटे नाल। वाहिगुरु जी का खालसा वाहिगुरु जी की फतेह। Acredita, Vi? Você acredita?
ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪੰਕਜ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਧਿਆਵੋ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਸਤਿਗੁਰ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁਨ 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 ਬੰਦੋ ਬਾਰ ਬਾਰ ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬੇਗਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਹੋਤੋ ਨਗਰ ਕੋ ਚੌਧਰੀ ਨਾਮ ਅਜਿਤਾ ਜਾਏ। ਮਹਿਮਾ ਪ੍ਰਭ ਅਵਲੋਕ ਕੈ ਸਮਝਿਓ ਨਿਜ ਮਨ ਮਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਬੜਾਈ। ਜੋ ਤੂੰ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ 부ਝਾਈ ਜੈਸੇ ਸੱਚ ਮੈਂ ਰਹੂੰ ਰਜਾਈ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ ਹਾਜ਼ਰਾਂ ਹਜੂਰ ਜਾਹਰਾਂ ਜਹੂਰ ਸਰਬ ਕਲਾ ਭਰਪੂਰ। ਆਦਿ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਸਤਿਗੁਰੂ ਨੌਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ ਵੈਰਾਗ ਤਿਆਗ ਤੇ ਅਨੁਰਾਗ ਦੀ ਮੂਰਤ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ
ਪਰਮ ਪਵਿੱਤਰ ਪਾਵਨ ਚਰਨ ਛੋ ਪ੍ਰਾਪਤ ਇਤਿਹਾਸਕ ਸਥਾਨ ਤੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਲਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜਨਮ ਸਾਖੀ ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਅਦਬ ਸਤਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ ਹੋ। ਗਰੀਬਨਵਾਜ ਪਾਤਸ਼ਾਹ ਜੀ ਏਮਨਾਬਾਦ ਨਗਰ ਵਿਖੇ ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਹਿਰਦੇ ਝੁੱਠੇ ਸੰਦੇਹ ਦੀ ਨਿਰਵਿਰਤੀ ਕਰਕੇ ਰਸਤੇ 'ਚ ਅਨੇਕਾਂ ਜੀਵਾਂ ਦੀ ਕਲਿਆਣ ਕਰਦਿਆਂ ਆਪਣੇ ਸਹੁਰੇ ਨਗਰ ਦੇ ਵਿੱਚ ਪਾਤਸ਼ਾਹ ਨੇ ਚਰਨ ਪਾਏ ਹਨ। ਅਜਿੱਤੇ ਰੰਧਾਵੇ ਦੇ ਖੂਹ ਦੇ ਉੱਤੇ ਰਮਣੀਕ ਜਗ੍ਹਾ ਵੇਖ ਕੇ ਛਾਂ ਵੇਖ ਕੇ ਸਤਿਗੁਰੂ ਜੀ ਆਣ ਕੇ ਬੈਠੇ ਹਨ। ਨਗਰ ਵਿੱਚ ਜਾ ਕੇ ਸਤਿਗੁਰਾਂ ਦੇ ਸਹੁਰਾ ਸਾਹਿਬ ਬਾਬਾ ਮੂਲ ਚੰਦ ਸਾਹਿਬ ਜੀ ਨੂੰ ਕਿਸੇ ਨੇ ਖਬਰ ਦਿੱਤੀ ਕਿ ਤੁਹਾਡੇ ਦਾਮਾਦ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਏ ਹਨ। ਸੁਣ ਕੇ ਬਾਬਾ ਮੂਲ ਚੰਦ ਸਾਹਿਬ ਜੀ ਸਤਿਗੁਰਾਂ ਕੋਲ ਗਏ ਨੇ, ਅਜਿੱਤੇ ਚੌਧਰੀ ਨੂੰ ਆਪਣੇ ਨਾਲ ਲਿਆ ਹੈ। ਜਦੋਂ ਸਤਿਗੁਰਾਂ ਦਾ ਫਕੀਰੀ ਲਿਬਾਸ ਵੇਖਿਆ ਬਹੁਤ ਕੜਵੇ ਬੋਲ ਜਾ ਕੇ ਬਾਬਾ ਮੂਲ ਚੰਦ ਸਾਹਿਬ ਨੇ ਸਤਿਗੁਰਾਂ ਨੂੰ ਕਹੇ। ਗਰੀਬਨਵਾਜ ਪਾਤਸ਼ਾਹ ਜੀ ਉਸੇ ਤਰ੍ਹਾਂ ਡੋਲ ਬੈਠੇ ਰਹੇ, ਕਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਦਿੱਤਾ। ਬਾਬਾ ਮੂਲ ਚੰਦ ਜੀ ਨੂੰ ਭਾਈ ਅਜਿੱਤੇ ਰੰਧਾਵੇ ਨੇ ਵਰਜ ਕੇ ਵਾਪਸ ਲਿਆਂਦਾ ਹੈ। ਘਰ ਆ ਕੇ ਪਕਵਾਨ ਤਿਆਰ ਕੀਤੇ ਨੇ, ਸੋਹਣੇ ਬਸਤਰ ਲੈ ਕੇ ਬਾਬਾ ਮੂਲ ਚੰਦ ਸਾਹਿਬ ਬਾਬਾ ਸ਼੍ਰੀ ਚੰਦ ਲਖਮੀ ਦਾਸ ਜੀ ਨੂੰ ਨਾਲ ਲੈ ਕੇ ਸਤਿਗੁਰਾਂ ਕੋਲ ਆਏ। ਪਾਤਸ਼ਾਹ ਨੂੰ ਕਹਿਣ ਲੱਗੇ ਕਿ ਭੋਜਨ ਛਕੋ ਤੇ ਨਾਲੇ ਆਹ ਬਸਤਰ ਜਿਹੜੇ ਮੈਂ ਲਿਆਇਆ ਇਹ ਧਾਰਨ ਕਰੋ। ਮੇਰੀ ਮੇਰੇ ਭਰਾਵਾਂ ਵਿੱਚ ਬੇਇੱਜ਼ਤੀ ਹੁੰਦੀ ਹੈ, ਨਰਾਦਰ ਹੁੰਦਾ ਤੁਹਾਡਾ ਇਹ ਫਕੀਰੀ ਲਿਬਾਸ ਵੇਖ ਕੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾ ਭੋਜਨ ਛਕਿਆ ਨਾ ਹੀ ਉਹ ਬਸਤਰ ਗ੍ਰਹਿਣ ਕੀਤੇ। ਬਾਬਾ ਸ਼੍ਰੀ ਚੰਦ ਬਾਬਾ ਲਖਮੀ ਦਾਸ ਜੀ ਨੇ ਗੁਰੂ ਚਰਨਾਂ ਤੇ ਪ੍ਰਣਾਮ ਕੀਤੀ ਹੈ, ਨਮਸਕਾਰ ਕੀਤੀ ਹੈ। ਬਾਬਾ ਮੂਲ ਚੰਦ ਸਾਹਿਬ ਨੇ ਗੁੱਸੇ ਵਿੱਚ ਆ ਕੇ ਬਹੁਤ ਸਾਰੇ ਬੋਲ ਕਬੋਲ ਕਹੇ ਨੇ, ਪਰ ਭਾਈ ਅਜਿੱਤੇ ਰੰਧਾਵੇ ਨੇ ਵਰਜ ਕੇ ਤਿਨਾਂ ਨੂੰ ਮੋੜਿਆ। ਗਰੀਬਨਵਾਜ ਪਾਤਸ਼ਾਹ ਜੀ ਦੀ ਆਮਦ ਸੁਣ ਕੇ ਬੇਅੰਤ ਸਿੱਖ ਪ੍ਰੇਮੀ ਮਹਾਰਾਜ ਜੀ ਦੇ ਦਰਸ਼ਨ ਪਰਸਨ ਵਾਸਤੇ ਗੁਰੂ ਚਰਨਾਂ 'ਚ ਆ ਰਹੇ ਨੇ। ਮਹਾਰਾਜ ਜੀ ਦੇ ਆਲੇ ਦੁਆਲੇ ਬਹੁਤ ਸਾਰੇ ਜਗਿਆਸੂਆਂ ਦਾ ਇਕੱਠ ਹੋਇਆ ਹੈ। ਇੱਕ ਆ ਰਹੇ ਨੇ, ਇੱਕ ਜਾ ਰਹੇ ਨੇ। ਗੁਰੂ ਪਾਤਸ਼ਾਹ ਜੀ ਦੀ ਸੋਭਾ ਉਜਾਗਰ ਹੋ ਰਹੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਹੈ, ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਹੋਤੋ ਨਗਰ ਕੋ ਚੌਧਰੀ ਨਾਮ ਅਜਿੱਤਾ ਜਾਏ। ਅੱਖੋ ਕੇ ਰੰਧਾਵੇ ਨਗਰ ਦਾ ਚੌਧਰੀ ਸੀ ਭਾਈ ਅਜਿੱਤਾ ਰੰਧਾਵਾ। ਇਹਦਾ ਜਿਹੜਾ ਵਡੇਰਾ ਸੀ ਉਹ ਬਾਬਾ ਮੂਲ ਚੰਦ ਸਾਹਿਬ ਦਾ ਪਿਆਰਾ ਸੀ ਔਰ ਬਾਬਾ ਮੂਲ ਚੰਦ ਸਾਹਿਬ ਇਹਨਾਂ ਰੰਧਾਵਿਆਂ ਦੇ ਪਟਵਾਰੀ ਸਨ। ਇਸ ਕਰਕੇ ਭਾਈ ਅਜਿੱਤਾ ਬਾਬਾ ਮੂਲ ਚੰਦ ਸਾਹਿਬ ਨੂੰ ਚਾਚਾ ਜੀ ਕਹਿ ਕੇ ਸੰਬੋਧਨ ਕਰਦਾ ਸੀ। ਅਜਿੱਤਾ ਰੰਧਾਵਾ ਜੋ ਇਸ ਨਗਰ ਦਾ ਚੌਧਰੀ ਹੈ, ਮਹਿਮਾ ਪ੍ਰਭ ਅਵਲੋਕ ਕੈ ਸਮਝਿਓ ਨਿਜ ਮਨ ਮਾਏ। ਅਜਿੱਤੇ ਰੰਧਾਵੇ ਨੇ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਜਾਣੀ ਹੈ ਵੀ ਇਹ ਪਾਰ ਬ੍ਰਹਮ ਪਰਮੇਸ਼ਵਰ ਨੇ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਹਨ। ਇਹ ਆਪ ਨਿਰੰਕਾਰ ਦੀ ਮੂਰਤ ਨੇ। ਸਤਿਗੁਰਾਂ ਦੀ ਇਹ ਮਹਿਮਾ ਭਾਈ ਅਜਿੱਤੇ ਰੰਧਾਵੇ ਨੇ ਜਾਣੀ ਹੈ। ਚੌਪਈ ਜੈ ਸੋਇਤ ਬੇਦੀ ਕੁਲ ਦੀਪਾ। ਜਿੱਥੇ ਅਜਿੱਤੇ ਰੰਧਾਵੇ ਦੇ ਖੂਹ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੋ ਬੇਦੀਆਂ ਦੀ ਕੁਲ ਦੇ ਸ਼੍ਰੋਮਣੀ ਨੇ,
ਬੇਦੀ ਕੁਲਦੀਪ ਨੇ ਪਾਤਸ਼ਾਹ ਜਿੱਥੇ ਸ਼ੋਭਨੀਕ ਹਨ। ਕਮਨਿਓ ਤਿਨ ਕੇ ਤਬੇ ਸਮੀਪਾ। ਅਜਿੱਤਾ ਚੌਧਰੀ ਸਤਿਗੁਰੂ ਜੀ ਦੇ ਸਤਿਗੁਰੂ ਜੀ ਪ੍ਰਤੀ ਆਪਣੇ ਮਨ 'ਚ ਭਾਵਨਾ ਰੱਖ ਕੇ ਅਦਬ ਤੇ ਸਤਿਕਾਰ ਰੱਖ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਹਨ। ਹੋਏ ਕਰ ਦੀਨ ਪ੍ਰੇਮ ਉਰ ਭਰ ਕੇ। ਬਨਿਮਰ ਹੋ ਕੇ ਔਰ ਸਤਿਗੁਰਾਂ ਦਾ ਪ੍ਰੇਮ ਪਿਆਰ ਆਪਣੇ ਹਿਰਦੇ ਵਿੱਚ ਭਰ ਕੇ ਵਸਾ ਕੇ ਰਿਓ ਚਰਨ ਕਵਲਨ ਸਿਰ ਧਰ ਕੇ। ਭਾਈ ਅਜਿੱਤੇ ਨੇ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਧਰ ਕੇ ਨਮਸਕਾਰ ਕੀਤੀ ਹੈ। ਬੜੇ ਅਦਬ ਨਾਲ ਮਹਾਰਾਜ ਜੀ ਦੇ ਚਰਨਾਂ ਤੇ ਪ੍ਰਣਾਮ ਕੀਤੀ ਹੈ। ਬੋਰ ਨਾ ਉਪਰ ਸੀਸ ਉਠਾਵਾ। ਗੁਰੂ ਪਾਤਸ਼ਾਹ ਦੇ ਚਰਨਾਂ ਤੇ ਸੀਸ ਐਸੇ ਪ੍ਰੇਮ ਨਾਲ ਧਰਿਆ ਹੈ ਕਿ ਭਾਈ ਅਜਿੱਤੇ ਦਾ ਹੁਣ ਮਨ ਨਹੀਂ ਕਰਦਾ ਕਿ ਮੈਂ ਆਪਣਾ ਸਿਰ ਸਤਿਗੁਰਾਂ ਦੇ ਚਰਨਾਂ ਚੋਂ ਚੁੱਕਾਂ। ਮਹਾਰਾਜ ਜੀ ਦੇ ਚਰਨਾਂ ਵਿੱਚ ਹੀ ਕਾਫੀ ਸਮੇਂ ਤੱਕ ਆਪਣਾ ਸੀਸ ਟਿਕਾਈ ਰੱਖਿਆ। ਸ੍ਰੀ ਨਾਨਕ ਜੀ ਕਛ ਨ ਅਲਾਵਾ। ਸਤਿਗੁਰੂ ਜੀ ਵੀ ਕੁਝ ਨਹੀਂ ਬੋਲੇ। ਮਹਾਰਾਜ ਜੀ ਵੀ ਅਡੋਲ ਆਪਣੇ ਆਨੰਦ ਵਿੱਚ ਬੈਠੇ ਹਨ। ਬੈਠ ਰਹੇ ਤੂਸ਼ਨ ਕੋ ਤਾਰੀ। ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਵੀ ਬਿਲਕੁਲ ਚੁੱਪ ਧਾਰਨ ਕਰਕੇ ਬੈਠੇ ਰਹੇ। ਅਜਿੱਤੇ ਦੇ ਮਨ ਦਾ ਪ੍ਰੇਮ ਸਤਿਗੁਰੂ ਜੀ ਵੇਖ ਰਹੇ ਨੇ, ਨਾਲੇ ਪਰਖ ਰਹੇ ਨੇ। ਭਾਈ ਅਜਿੱਤੇ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਸੀਸ ਧਰਿਆ, ਮੁੜ ਕੇ ਚੁੱਕਿਆ ਨਹੀਂ ਕਾਫੀ ਸਮੇਂ ਤੱਕ। ਮਹਾਰਾਜ ਜੀ ਵੀ ਉਸੇ ਤਰ੍ਹਾਂ ਡੋਲ ਬੈਠੇ ਨੇ ਤੇ ਮੁਖੋਂ ਕੁਝ ਨਹੀਂ ਬੋਲਦੇ। ਜੋ ਨਿਜ ਸੇਵਕ ਮੋਖੇ ਉਦਾਰੀ। ਐਸੇ ਸਤਿਗੁਰੂ ਜੀ ਜੋ ਆਪਣਿਆਂ ਸੇਵਕਾਂ ਨੂੰ ਮੁਕਤੀ ਦੇਣ ਵਾਲੇ ਹਨ, ਉਦਾਰ ਰਿਦਾ ਧਾਰਨ ਕਰਕੇ ਆਪਣਿਆਂ ਸੇਵਕਾਂ ਨੂੰ ਮੋਕਸ਼ ਪ੍ਰਦਾਨ ਕਰਨ ਵਾਲੇ ਹਨ। ਨਹੀਂ ਅਜਿੱਤੇ ਸੀਸ ਉਚਾਇਓ। ਸਤਿਗੁਰੂ ਜੀ ਦੇ ਚਰਨਾਂ ਤੇ ਐਸਾ ਸੀਸ ਟਿਕਾਇਆ ਹੈ ਕਿ ਭਾਈ ਅਜਿੱਤਾ ਜੀ ਨੇ ਆਪਣਾ ਸੀਸ ਕਾਫੀ ਸਮੇਂ ਤੱਕ ਟਿਕਾਈ ਰੱਖਿਆ, ਨਹੀਂ ਚੁੱਕਿਆ। ਇਸ ਪ੍ਰਕਾਰ ਇੱਕ ਜਾਮ ਬਿਤਾਇਓ। ਖਾਲਸਾ ਜੀ ਐਸਾ ਸੀਸ ਟਿਕਿਆ ਹੈ ਗੁਰੂ ਸਾਹਿਬ ਦੇ ਚਰਨਾਂ ਤੇ ਭਾਈ ਅਜਿੱਤੇ ਦਾ। ਤਕਰੀਬਨ ਇੱਕ ਪਹਿਰ ਤੱਕ ਮਹਾਰਾਜ ਜੀ ਦੇ ਚਰਨਾਂ ਵਿੱਚ ਹੀ ਸੀਸ ਟਿਕਾਈ ਰੱਖਿਆ, ਯਾਨੀ ਕਿ 3 ਘੰਟੇ ਬੀਤ ਗਏ ਨੇ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਧਰਿਆ ਹੋਇਆ। ਆਪਣਾ ਸੀਸ ਭਾਈ ਅਜਿੱਤੇ ਨੇ ਨਹੀਂ ਚੁੱਕਿਆ। ਕਿਰਪਾ ਦ੍ਰਿਸ਼ਟ ਕੋ ਦੇਖ ਗੁਸਾਈ। ਜਦੋਂ ਤਕਰੀਬਨ ਪਹਿਰ ਭਰ ਦਾ ਸਮਾਂ ਬੀਤ ਗਿਆ, ਕਿਰਪਾ ਦੇ ਸਾਗਰ ਪਰਮ ਕਿਰਪਾਲੂ ਦਿਆਲੂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਅਜਿੱਤੇ ਵੱਲ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ ਹੈ। ਮ੍ਰਿਦੁਲ ਮధుਰ ਮੁਖ ਗਿਰਾ ਅਲਾਈ। ਔਰ ਆਪਣੇ ਮੁਖਾਰ ਬਿੰਦ ਚੋਂ ਬੜੇ ਮਧੁਰ ਮਿੱਠੇ ਪਿਆਰੇ ਕੋਮਲ ਬੋਲ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੋਲੇ ਹਨ। ਅਬ ਉਠੀਏ ਕਰਤਾਰ ਪਿਆਰੇ। ਮਹਾਰਾਜ ਜੀ ਕਹਿੰਦੇ ਆ, ਚੌਧਰੀ ਜੀ ਹੇ ਕਰਤਾਰ ਦੇ ਪਿਆਰੇ ਹੁਣ ਉੱਠ ਖਲੋਵੋ। ਪਾਤਸ਼ਾਹ ਨੇ ਇਹ ਬਚਨ ਕਹੇ ਕਿ ਹੇ ਕਰਤਾਰ ਦੇ ਪਿਆਰੇ ਹੁਣ ਉੱਠ ਖਲੋ। ਆਪਨ ਮਨੋਰਥ ਕਰੋ ਉਚਾਰੇ। ਦੱਸ ਤੇਰੇ ਮਨ ਦਾ ਕੀ ਮਨੋਰਥ ਹੈ, ਤੁਹਾਡੇ ਮਨ ਦੀ ਕੀ ਕਾਮਨਾ ਹੈ, ਆਪਣੇ ਮਨ ਦਾ ਮਨੋਰਥ ਸਾਡੇ ਕੋਲ ਪ੍ਰਗਟ ਕਰਕੇ ਕਹੋ। ਨਿਜ ਹਾਥਨ ਸੋ ਤਬ ਜਗਨਾਥਾ। ਭਾਈ ਅਜਿੱਤਾ ਜੀ ਨਹੀਂ ਉੱਠਦੇ। ਪਾਤਸ਼ਾਹ ਨੇ ਆਪਣਿਆਂ ਸੋਹਣਿਆਂ ਜਾਂ ਦਸਤ ਕਮਲਾਂ ਨਾਲ ਭਾਈ ਅਜਿੱਤੇ ਦੇ ਮੋਢਿਆਂ ਤੋਂ ਪਕੜਿਆ ਹੈ। ਬੈਠਾ ਰਿਓ ਉਠਾਏ ਤੈ ਮਾਥਾ। ਆਪ ਮੋਢਿਆਂ ਤੋਂ ਪਕੜ ਕੇ ਉਠਾਇਆ ਔਰ ਭਾਈ ਅਜਿੱਤੇ ਨੂੰ ਆਪਣੇ ਪਾਸ ਬਿਠਾਇਆ ਹੈ। ਹੱਥ ਜੋੜ ਕੇ ਬਿਨਤੀ ਪਾਖੀ। ਹੱਥ ਜੋੜ ਕੇ ਭਾਈ ਅਜਿੱਤੇ ਰੰਧਾਵੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੈ। ਮਹਾਰਾਜ ਜੀ ਦੇ ਚਰਨਾਂ ਵਿੱਚ ਅਰਜ਼ੋਈ ਕੀਤੀ ਹੈ। ਰਾਵਰੋ ਸਭ ਘਟ ਕੇ ਸਾਖੀ। ਮਹਾਰਾਜ ਦੱਸਣਾ ਤਾਂ ਪਵੇ ਜੇ ਤੁਹਾਨੂੰ ਪਤਾ ਨਾ ਹੋਵੇ। ਤੁਸੀਂ ਸਾਰਿਆਂ ਦੇ ਦਿਲਾਂ ਦੇ ਸਾਖੀ ਹੋ। ਕਿਸ ਦੇ ਹਿਰਦੇ 'ਚ ਕੀ ਵਰਤਦਾ ਤੁਸੀਂ ਜਾਣਦੇ ਹੋ। ਤੁਮ ਸਭ ਜਾਣੋ ਅੰਤਰਜਾਮੀ। ਮਹਾਰਾਜ ਜੀ ਤੁਸੀਂ ਅੰਤਰਜਾਮੀ ਹੋ, ਸਭ ਦੇ ਹਿਰਦਿਆਂ ਦੀ ਸਭ ਦੇ ਘਟਾਂ ਦੀ ਜਾਣਨ ਵਾਲੇ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਭ ਦੇ ਘਟਾਂ ਦੀ ਸਭ ਦੇ ਹਿਰਦਿਆਂ ਦੀ ਤੁਸੀਂ ਜਾਣਨੇ ਵਾਲੇ ਜਾਣੀ ਜਾਣ ਹੋ। ਕਿਉਂ ਬਨ ਹੈ ਮਮ ਕੈਨੋ ਸੁਆਮੀ। ਮਹਾਰਾਜ ਮੇਰਾ ਕਹਿਣਾ ਕਿਉਂ ਬਣਦਾ ਹੈ, ਕਵਾਂ ਤਾਂ ਜੇ ਤੁਸੀਂ ਜਾਣਦੇ ਨਾ ਹੋਵੋ।
ਮਹਾਰਾਜ ਤੁਸੀਂ ਅੰਤਰਜਾਮੀ ਹੋ, ਮੇਰਾ ਕਹਿਣਾ ਕਿਵੇਂ ਬਣ ਆਉਂਦਾ ਹੈ? ਤੁਸੀਂ ਬਿਨਾਂ ਬੋਲਿਆਂ ਸਭ ਕੁਝ ਜਾਣਦੇ ਹੋ। ਜੋ ਨੈ ਜਾਣੇ ਤਾਏ ਅਗਾਰੀ। ਹਾਂ, ਜਿਹੜਾ ਨਾ ਜਾਣਦਾ ਹੋਵੇ, ਜਿਹੜਾ ਕਿਸੇ ਦੇ ਦਿਲ ਬਾਰੇ ਨਾ ਬੁੱਝਦਾ ਹੋਵੇ ਵੀ ਇਹਦੇ ਮਨ 'ਚ ਕੀ ਚੱਲਦਾ, ਕੀ ਸੋਚਦਾ ਹੈ, ਕਰੇ ਆਪਣੀ ਬ੍ਰਿਤਾ ਉਚਾਰੀ। ਉਹਦੇ ਅੱਗੇ ਆਪਣੀ ਬਿਰਥਾ ਦੱਸ ਕੇ ਬੋਲ ਕੇ ਕਹਿਣੀ ਪੈਂਦੀ ਹੈ। ਜਿਹਨੂੰ ਨਾ ਪਤਾ ਹੋਵੇ, ਜਿਹਨੂੰ ਗਿਆਨ ਨਾ ਹੋਵੇ, ਬੋਧ ਨਾ ਹੋਵੇ, ਉਹ ਸਾਡੇ ਦਿਲ ਦਾ ਭੇਦ ਨਾ ਹੋਵੇ, ਉਹਦੇ ਅੱਗੇ ਦੱਸਣਾ ਪੈਂਦਾ, ਆਪਣੀ ਬਿਰਥਾ ਬੋਲ ਕੇ ਦੱਸਣੀ ਪੈਂਦੀ ਹੈ। ਸਰਬਗਨ ਟਿਗ ਤੂਸ਼ਨ ਨੀਕੀ। ਪਰ ਮਹਾਰਾਜ ਆਪ ਜੈਸੇ ਸਰਬੱਗ ਸਾਹਿਬ ਜੀ ਦੇ ਅੱਗੇ ਚੁੱਪ ਰਹਿਣਾ ਹੀ ਬਣ ਆਉਂਦਾ, ਬੋਲਣਾ ਬਣਦਾ ਹੀ ਨਹੀਂ। ਮਹਾਰਾਜ ਤੁਹਾਡੇ ਜੈਸੇ ਸਰਬੱਗ ਸਾਹਿਬ ਦੇ ਅੱਗੇ ਮਹਾਰਾਜ ਜੀ ਚੁੱਪ ਰਹਿਣਾ ਹੀ ਬਣ ਆਉਂਦਾ, ਚੁੱਪ ਰਹਿਣਾ ਹੀ ਭਲਾ ਹੈ। ਕਰੇ ਭਲੇਰੀ ਭਾਵਤ ਜੀ ਕੀ। ਔਰ ਮਹਾਰਾਜ ਇਹੀ ਭਲੇਰੀ ਮਰਿਆਦਾ ਹੈ, ਇਹੀ ਭਲੇਰੀ ਰੀਤ ਹੈ, ਤੇ ਮੇਰੇ ਚਿੱਤ ਨੂੰ ਇਹੀ ਭਾਵਦਾ ਹੈ। ਸੁਨਤ ਪ੍ਰਸੀਦੇ ਹਿਰਦੇ ਗੁਸਾਈ। ਜਦੋਂ ਭਾਈ ਅਜਿੱਤੇ ਰੰਧਾਵੇ ਨੇ ਆਪਣੇ ਮਨ ਦੀ ਸ਼ਰਧਾ ਸਾਹਿਬ ਦੇ ਚਰਨਾਂ 'ਚੋਂ ਪ੍ਰਗਟ ਕੀਤੀ, ਸੁਣ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੜੇ ਪ੍ਰਸੰਨ ਹੋਏ, ਬੜੀ ਕਿਰਪਾ ਕੀਤੀ ਭਾਈ ਅਜਿੱਤੇ ਚੌਧਰੀ ਤੇ। ਕਰਨ ਕਿਰਤਾਰਥ ਗਿਰਾ ਅਲਾਈ। ਚੌਧਰੀ ਨੂੰ ਕਿਰਤਾਰਥ ਕਰਨ ਵਾਸਤੇ, ਇਹਦਾ ਜੀਵਨ ਧਨ ਤੇ ਸਕਾਰਥਾ ਕਰਨ ਵਾਸਤੇ ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ ਹਨ। ਬੰਧਨ ਕਰ ਕਰ ਤਾਰੇ ਅਗਾਰੀ। ਮਹਾਰਾਜ ਜੀ ਕਹਿੰਦੇ ਆ, ਚੌਧਰੀ ਅਜਿੱਤਾ ਜੀ, ਜੇ ਬੰਦਨਾ ਕਰਨੀ ਹੈ, ਜੇ ਨਮਸਕਾਰ ਕਰਨੀ ਹੈ, ਤਾਂ ਫਿਰ ਉਸ ਕਰਤਾਰ ਅੱਗੇ ਬੰਦਨਾ ਕਰੋ, ਜਿਹੜਾ ਸਾਰੇ ਜਗਤ ਦਾ ਮਾਲਕ ਹੈ, ਜਿਹੜਾ ਸਾਰੇ ਜਗਤ ਦਾ ਸੁਆਮੀ ਹੈ, ਉਹਦੇ ਅੱਗੇ ਬੰਦਨਾ ਕਰੋ। ਪੂਜੇ ਮਨ ਕਾਮਨਾ ਤੁਮਾਰੀ। ਜਦੋਂ ਉਹਦੇ ਚਰਨਾਂ 'ਚ ਬੰਦਨਾ ਕਰੋਗੇ ਤਾਂ ਉਹ ਕਰਤਾਰ ਤੁਹਾਡੇ ਮਨ ਦੀ ਕਾਮਨਾ ਪੂਰੀ ਕਰੇਗਾ। ਜੋ ਕਾਮਨਾ ਤੁਹਾਡੇ ਹਿਰਦੇ ਵਿੱਚ ਹੈ, ਉਹ ਕਾਮਨਾ ਕਰਤਾਰ ਪੂਰੀ ਕਰੇਗਾ। ਸੁਨ ਕੇ ਬੋਰ ਚਰਨ ਲਪਟਾਇਓ। ਭਾਈ ਅਜਿੱਤਾ ਜੀ ਕਹਿਣ ਲੱਗੇ, ਮਹਾਰਾਜ ਸਤ ਬਚਨ ਇਹ ਕਹਿੰਦੇ ਆ ਸਾਰ ਗੁਰੂ ਨਾਨਕ ਸਾਹਿਬ ਦੇ ਚਰਨ ਫੜ ਲੈ, ਘੁੱਟ ਕੇ ਆਖਿਆ, ਮਹਾਰਾਜ ਮੇਰੇ ਕਰਤਾਰ ਤਾਂ ਤੁਸੀਂ ਹੋ। ਸਾਹਿਬ ਨੇ ਆਖਿਆ ਨਾ, ਕਰਤਾਰ ਨੂੰ ਬੰਦਨਾ ਕਰੋ, ਜਿਸ ਨੂੰ ਬੰਦਨਾ ਕਰਕੇ ਤੁਹਾਡੀ ਕਾਮਨਾ ਪੂਰੀ ਹੋਵੇਗੀ। ਤੇ ਭਾਈ ਅਜਿੱਤੇ ਨੇ ਸਤਿਗੁਰਾਂ ਦੇ ਚਰਨ ਘੁੱਟ ਕੇ ਫੜ ਲਏ, ਲਪਟ ਗਿਆ ਮਹਾਰਾਜ ਜੀ ਦੇ ਚਰਨਾਂ ਨਾਲ, ਔਰ ਆਖਿਆ, ਸਾਹਿਬ ਮੇਰੇ ਕਰਤਾਰ ਤੁਸੀਂ ਹੋ, ਤੁਹਾਡੇ ਚਰਨਾਂ ਤੇ ਮੇਰੀ ਵੰਦਨਾ ਹੈ। ਤਤ ਚਿਨ ਗਿਆਨ ਹਿਰਦੇ ਹੋਏ ਆਇਓ। ਜਦੋਂ ਮਹਾਰਾਜ ਜੀ ਦੇ ਚਰਨਾਂ ਨਾਲ ਸੀਸ ਛੁਆਇਆ, ਖਾਲਸਾ ਜੀ ਤਤ ਛਿਨ, ਉਸੇ ਵੇਲੇ ਭਾਈ ਅਜਿੱਤਾ ਜੀ ਦੇ ਹਿਰਦੇ 'ਚ ਤਤਵ ਗਿਆਨ ਉਪਜ ਆਇਆ। ਭਰਮ ਦਾ ਪਰਦਾ ਪਾੜ ਗਿਆ। ਕਹਿੰਦੇ ਫੂਟੋ ਆਂਡਾ ਭਰਮ ਕਾ, ਭਰਮ ਦਾ ਆਂਡਾ ਟੁੱਟ ਗਿਆ ਤੇ ਹਿਰਦੇ 'ਚ ਗਿਆਨ ਦਾ ਪ੍ਰਕਾਸ਼ ਹੋ ਗਿਆ। ਹਾਂਜੀ, ਸ਼ਕਤ ਵਿਸ਼ਾਲ ਭਈ ਸਭ ਭਾਂਤੀ। ਸਰਬ ਪ੍ਰਕਾਰ ਕਰਕੇ ਬੇਅੰਤ ਸ਼ਕਤੀਆਂ ਭਾਈ ਅਜਿੱਤਾ ਜੀ ਦੇ ਹਿਰਦੇ 'ਚ ਆ ਪ੍ਰਗਟ ਹੋਈਆਂ ਹਨ। ਸ਼ਕਤੀਆਂ ਦੇ ਮਾਲਕ ਗੁਰੂ ਨਾਨਕ ਸਾਹਿਬ ਦੇ ਚਰਨ ਸਪਰਸ਼ ਕੀਤਿਆਂ ਹੀ ਬੇਅੰਤ ਸ਼ਕਤੀਆਂ, ਬੇਅੰਤ ਕਲਾਵਾਂ ਭਾਈ ਅਜਿੱਤੇ ਚੌਧਰੀ ਨੂੰ ਆਣ ਪ੍ਰਾਪਤ ਹੋਈਆਂ। ਪਾਈ ਇੱਕ ਬਾਰ ਜਨ ਥਾਤੀ। ਕਹਿੰਦੇ ਮਾਨੋ ਇੱਕੋ ਵੇਰੀ ਗੁਰੂ ਸਾਹਿਬ ਜੀ ਦੇ ਪਾਸੋਂ ਸਰਬ ਗੁਣਾਂ ਦੀ ਥੈਲੀ ਮਿਲ ਗਈ ਭਾਈ ਅਜਿੱਤੇ ਨੂੰ। ਸਰਬ ਸ਼ਕਤੀਆਂ ਦੀ ਥੈਲੀ ਇੱਕੋ ਵਾਰ 'ਚ ਗੁਰੂ ਸਾਹਿਬ ਦੇ ਚਰਨਾਂ 'ਚੋਂ ਮਿਲ ਗਈ ਹੋਵੇ। ਸੇਵਾ ਕਰਨ ਲੱਗੇ ਹੋ ਯੁੱਤ ਪ੍ਰੀਤੀ। ਬੜੀ ਭਾਰੀ ਪ੍ਰੀਤ ਆਪਣੇ ਹਿਰਦੇ 'ਚ ਧਾਰਨ ਕਰਕੇ ਭਾਈ ਅਜਿੱਤਾ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸੇਵਾ ਟਹਿਲ ਕਰਨ ਲੱਗੇ ਹਨ। ਬੇਮੁਖਤਾ ਸਗਰੀ ਉਰ ਬੀਤੀ। ਜਿਤਨੀ ਬੇਮੁਖਤਾ ਸੀ ਹਿਰਦੇ ਦੀ, ਉਹ ਸਾਰੀ ਹਿਰਦੇ 'ਚੋਂ ਬੀਤ ਗਈ ਹੈ। ਭਾਈ ਅਜਿੱਤਾ ਜੀ ਗੁਰੂ ਕੇ ਸਨਮੁਖ ਹੋ ਗਏ ਹਨ। ਕਿਤਕ ਦਿਵਸੇ ਭਾਂਤ ਬਿਤਾਏ। ਇਸੇ ਤਰ੍ਹਾਂ ਸੇਵਾ ਟਹਿਲ ਕਰਦਿਆਂ ਕੁਝ ਦਿਨ ਬਤੀਤ ਕੀਤੇ। ਸਿੱਖੀ ਮਗ ਮੈਂ ਬਹੁ ਨਰ ਪਾਏ। ਸਤਿਗੁਰੂ ਜੀ ਨੇ ਅਨੇਕਾਂ ਪ੍ਰਾਣੀਆਂ ਨੂੰ ਗੁਰਸਿੱਖੀ ਦੇ ਰਾਹ ਤੇ ਟੋਰਿਆ। ਕੁਝ ਦਿਨ ਪਾਤਸ਼ਾਹ ਇੱਥੇ ਰਹੇ ਔਰ ਅਨੇਕਾਂ ਨੂੰ
ਗੁਰਸਿੱਖੀ ਦੇ ਮਾਰਗ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਚਲਾਇਆ। ਇੱਕ ਦਿਨ ਸਾਸ ਸਸੁਰ ਗੁਰ ਕੇਰੇ। ਇੱਕ ਦਿਨ ਦਾ ਬਚਨ ਹੈ ਕਿ ਸਤਿਗੁਰੂ ਜੀ ਦੇ ਸਹੁਰਾ ਸਾਹਿਬ ਬਾਬਾ ਮੂਲ ਚੰਦ ਸਾਹਿਬ ਔਰ ਸੱਸ ਮਾਤਾ ਚੰਦੋ ਰਾਣੀ, ਇਹ ਦੋਵੇਂ ਚੱਲ ਕੇ ਸਤਿਗੁਰਾਂ ਦੇ ਕੋਲ ਆਏ ਨਿਕਟ ਕ੍ਰੋਧ ਕੇ ਪ੍ਰੇਰੇ। ਕ੍ਰੋਧ ਨਾਲ ਇਹਨਾਂ ਦਾ ਦੋਨਾਂ ਦਾ ਹਿਰਦਾ ਭਰਿਆ ਹੋਇਆ, ਬਾਬਾ ਮੂਲ ਚੰਦ ਜੀ ਦਾ ਵੀ ਤੇ ਮਾਤਾ ਚੰਦੋ ਰਾਣੀ ਦਾ ਵੀ। ਦੋਨਾਂ ਦੇ ਹਿਰਦੇ ਕ੍ਰੋਧ ਨਾਲ ਪਰਿਪੂਰਨ ਹਨ ਤੇ ਦੋਵੇਂ ਕ੍ਰੋਧ ਦੇ ਪ੍ਰੇਰੇ ਹੋਏ ਸਤਿਗੁਰਾਂ ਕੋਲ ਆਏ ਹਨ। ਸੰਗ ਸੁਲੱਖਣੀ ਚੱਲ ਕਰ ਆਈ। ਤੇ ਨਾਲ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਮਹਿਲ ਮਾਤਾ ਜਗਤ ਮਾਤਾ ਧੰਨ ਮਾਤਾ ਜਗਤ ਮਾਤਾ ਧੰਨ ਮਾਤਾ ਮਾਤਾ ਸੁਲੱਖਣੀ ਜੀ ਚੱਲ ਕੇ ਆਏ ਹਨ। ਇਹ ਧੰਨ ਸ਼ਬਦ ਮਾਂ ਸੁਲੱਖਣੀ ਵਾਸਤੇ ਤਾਂ ਵਰਤ ਰਹੇ, ਅੱਗੇ ਜਾ ਕੇ ਬਚਨ ਆ ਰਹੇ ਹਨ। ਬੜੀ ਵੱਡੀ ਘਾਲਣਾ ਹੈ ਮਾਤਾ ਸੁਲੱਖਣੀ ਦੀ। ਧੰਨ ਹਨ ਮਾਤਾ ਸੁਲੱਖਣੀ ਜੀ, ਉਹ ਚੱਲ ਕੇ ਨਾਲ ਆਏ ਨੇ ਆਪਣੇ ਮਾਤਾ ਪਿਤਾ ਦੇ ਪਾਸ ਬੈਠ ਕਰ ਸਾਸ ਅਲਾਈ। ਕੋਲ ਆ ਕੇ ਬਹਿ ਗਏ। ਮਾਤਾ ਜੀ ਨੇ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ। ਮਾਤਾ ਸੁਲੱਖਣੀ ਜੀ ਨੇ ਸੱਸ ਮਾਤਾ ਚੰਦੋ ਰਾਣੀ ਕੋਲ ਬਹਿ ਕੇ ਬੋਲੀ, ਸੁਨ ਤੋਵੇ ਤੂੰ ਰਿਓ ਕੁਰਾਈ। ਆਉਂਦਿਆਂ ਸਾਰ ਗੁੱਸੇ ਨਾਲ ਭਰੀ ਚੰਦੋ ਰਾਣੀ ਬੋਲੀ, ਸੁਣ ਵੇ ਕੁਰਾਈਆ, ਤੂੰ ਤਾਂ ਕੁਰਾਈਆ ਹੀ ਰਿਹਾ। ਲੋਕ ਕਹਿੰਦੇ ਸੀ ਤੈਨੂੰ ਕੁਰਾਈਆ, ਤੇਰਾ ਜਿਹੜਾ ਡੂਮ ਬੈਠਾ ਹੈ ਮਰਾਸ਼ੀ, ਇਹਨੂੰ ਲੋਕ ਕਹਿੰਦੇ ਸੀ ਇਹ ਕੁਰਾਏ ਦਾ ਮਰਾਸ਼ੀ ਹੈ, ਕੁਰਾਏ ਦਾ ਡੂਮ ਹੈ, ਤੂੰ ਕੁਰਾਇਆ ਹੈ। ਏਦਾਂ ਮਾਤਾ ਚੰਦੋ ਰਾਣੀ ਕੋਲ ਆ ਕੇ ਬੋਲੀ, ਸਦਾ ਹਮਾਰੀ ਛਾਤੀ ਦਾਈ। ਸੁਣ ਵੇ ਕੁਰਾਈਆ, ਤੂੰ ਸਦਾ ਸਾਡੀ ਛਾਤੀ ਸਾੜੀ ਹੈ, ਤੂੰ ਸਦਾ ਹੀ ਸਾਡੇ ਹਿਰਦਿਆਂ ਨੂੰ ਸਾੜਿਆ ਜਲਾਇਆ ਹੈ। ਪੁੱਤਰਨ ਬਨਤਾ ਤਜ ਪਰਵਾਰ। ਆਪਣੇ ਆਪ ਪੁੱਤਰਾਂ ਨੂੰ, ਆਪਣੀ ਘਰਵਾਲੀ ਨੂੰ, ਪਰਿਵਾਰ ਨੂੰ ਛੱਡ ਕੇ ਫਿਰਿਓ ਪਰਦੇਸ਼ਨ ਦਵਾਰਨ ਦਵਾਰਾ। ਆਪ ਪਰਦੇਸਾਂ 'ਚ ਦੁਆਰਾਂ ਤੇ ਫਿਰਦਾ ਰਿਹਾ ਹੈ। ਕੋ ਕਾਰਜ ਤੈਂ ਹਾਸਲ ਕੀਨਾ। ਦਾਤਾ ਜਿਹੜਾ ਇੰਨਾ ਫਿਰ ਕੇ ਆਇਆ, ਕੀ ਹਾਸਲ ਕੀਤਾ ਤੂੰ ਫਿਰ ਕੇ? ਕਿਹੜਾ ਕਾਰਜ ਜਿਹੜਾ ਤੇਰਾ ਹਾਸਲ ਹੋਇਆ ਹੈ? ਆਪਣੇ ਦਰਬ ਲੁਟਾਏ ਸੁਦੀਨਾ। ਜਿੰਨਾ ਧਨ ਸੀ ਤੇਰਾ, ਐਡਾ ਵਧੀਆ ਕਾਰੋਬਾਰ ਸੀ ਮੋਦੀ ਖਾਨੇ ਦਾ, ਉਹ ਸਾਰਾ ਧਨ ਤੈਂ ਆਪਣਾ ਲੁਟਾਇਆ ਹੈ। ਜਗ ਕੀ ਲਾਜ ਤਜੀ ਇੱਕ ਬਾਰੀ। ਇੱਕੋ ਵਾਰੀ ਜਗਤ ਦੀ ਸ਼ਰਮ ਛੱਡ ਦਿੱਤੀ ਹੈ, ਤੈਨੂੰ ਲਾਜ ਨਹੀਂ ਆਉਂਦੀ ਲੋਕਾਂ ਦੀ ਵੀ ਲੋਕ ਕੀ ਆਖਣਗੇ। ਇੱਕੋ ਵੇਰੀ ਤੈਂ ਲੋਕ ਲਾਜ ਤਿਆਗ ਦਿੱਤੀ ਹੈ। ਹਮਕੋ ਸਭ ਮੈਂ ਕੀਨ ਖੁਆਰੀ। ਔਰ ਸਾਡੀ ਸਾਰੇ ਭਾਈਚਾਰੇ 'ਚ ਖੁਆਰੀ ਕੀਤੀ ਹੈ, ਸਾਡੀ ਸਾਰੇ ਸੰਬੰਧੀਆਂ ਵਿੱਚ ਤੈਂ ਖੁਆਰੀ ਕੀਤੀ ਹੈ। ਨਰ ਕਹੇ ਅਮਕੇ ਕੋ ਜੋ ਜਮਾਤਾ। ਲੋਕ ਸਾਡੇ ਨਾਲ ਟਿਚਰਾਂ ਕਰਦੇ ਨੇ, ਮਖੌਲ ਕਰਦੇ, ਗੱਲਾਂ ਕਰਦੇ, ਕਹਿੰਦੇ ਉਹ ਜਿਹੜਾ ਪਟਵਾਰੀ ਦਾ ਜਵਾਈ ਹੈ। ਪਇਓ ਫਕੀਰ ਤਜੇ ਤੀ ਤਾਤਾ। ਉਹਨੇ ਆਪਣੀ ਘਰਵਾਲੀ ਤੇ ਬੱਚੇ ਛੱਡ ਕੇ ਫਕੀਰੀ ਧਾਰਨ ਕਰ ਲਈ, ਉਹ ਫਕੀਰ ਬਣ ਕੇ ਦੁਆਰ ਤੇ ਫਿਰਦਾ। ਸ਼੍ਰੀ ਨਾਨਕ ਭੂਸ਼ਣ ਹੋਏ ਬੈਸੇ। ਮਾਤਾ ਚੰਦੋ ਰਾਣੀ ਗੁੱਸੇ 'ਚ ਬੋਲਦੀ ਹੈ, ਪਰ ਸਤਿਗੁਰੂ ਜੀ ਅੱਗੋਂ ਕੋਈ ਜਵਾਬ ਨਹੀਂ ਦਿੰਦੇ। ਮਹਾਰਾਜ ਜੀ ਚੁੱਪਚਾਪ ਅੱਗੋਂ ਬੈਠੇ ਸੁਣੀ ਜਾਂਦੇ ਹਨ। ਸਨਮੁਖ ਬਚਨ ਪਨਿਓ ਨੇ ਕੈਸੇ। ਕੋਈ ਬਚਨ ਸਨਮੁਖ ਸਤਿਗੁਰੂ ਜੀ ਨੇ ਨਹੀਂ ਬੋਲਿਆ, ਨਹੀਂ ਉਚਾਰਨ ਕੀਤਾ। ਸੁਣੀ ਅਜਿੱਤੇ ਜਬ ਅਸ ਗਾਥਾ। ਉਧਰ ਅਜਿੱਤੇ ਚੌਧਰੀ ਨੂੰ ਪਤਾ ਲੱਗਾ ਵੀ ਦੋਵੇਂ ਮੀਆਂ ਬੀਬੀ ਗਏ ਨੇ ਸਤਿਗੁਰਾਂ ਦੇ ਪਾਸ, ਗੁੱਸੇ ਵਿੱਚ ਗਏ ਨੇ। ਅਜਿੱਤਾ ਚੌਧਰੀ ਜਦੋਂ ਉਹਨੂੰ ਖਬਰ ਹੋਈ, ਮੂਲਾ ਲਰਤ ਗੁਰੂ ਕੇ ਸਾਥਾ। ਮੂਲ ਚੰਦ ਤੇ ਚੰਦੋ ਰਾਣੀ ਦੋਵੇਂ ਜਾ ਕੇ ਸਤਿਗੁਰਾਂ ਨਾਲ ਲੜ ਰਹੇ ਨੇ, ਝਗੜ ਰਹੇ ਨੇ। ਦੋਰਿਓ ਕਰਤੇ ਤੂਰਨ ਆਵਾ। ਭਾਈ ਅਜਿੱਤਾ ਜੀ ਬੜੀ ਤੇਜ਼ੀ ਨਾਲ ਘਰੋਂ ਦੌੜ ਕੇ ਖੂਹ ਦੇ ਉੱਤੇ ਆਣ ਪਹੁੰਚੇ ਜਿੱਥੇ ਸਤਿਗੁਰੂ ਜੀ ਸਨ। 300 ਅਸਬਿਦ ਬਚਨੀ ਅਲਾਵਾ। ਵੇਖਿਆ ਵੀ ਅੱਗੇ ਕਬੋਲ ਪੇ ਬੋਲਦੇ ਨੇ, ਗੁੱਸੇ ਵਿੱਚ ਨੇ ਬਾਬਾ ਮੂਲ ਚੰਦ ਤੇ ਮਾਤਾ ਚੰਦੋ ਰਾਣੀ। ਭਾਈ ਅਜਿੱਤਾ ਜੀ ਆਏ ਤੇ ਆ ਕੇ ਕਹਿਣ ਲੱਗੇ, ਉੱਚੇ ਕਹਿ ਕਿਉਂ ਸੀਸ ਖਪਾਵਤ। ਕਹਿਣ ਲੱਗੇ ਬਾਬਾ ਮੂਲ ਚੰਦ ਜੀ, ਚਾਚਾ ਜੀ, ਮਾਤਾ ਨੂੰ ਕਹਿੰਦੇ ਚੰਦੋ ਰਾਣੀ ਨੂੰ, ਮਾਈ
ਕਿਉਂ ਉੱਚਾ ਬੋਲ ਬੋਲ ਕੇ ਆਪਣਾ ਸਿਰ ਖਪਾਉਂਦੇ ਹੋ? ਕਿਉਂ ਤੁਮ ਦੁਖੀ ਹੋਏ ਪਛਤਾਵਤ। ਕਿਉਂ ਤੁਸੀਂ ਦੁਖੀ ਹੋ ਕੇ ਮਨ 'ਚ ਬਾਰ-ਬਾਰ ਪਛਤਾਉਂਦੇ ਹੋ? ਮਹਾਪੁਰਖ ਉਰ ਮਤੋ ਉਚੇਰਾ। ਜਿਨ੍ਹਾਂ ਦੇ ਸਨਮੁਖ ਆ ਕੇ ਪੇ ਬੋਲਦੇ ਹੋ, ਇਹ ਮਹਾਨ ਪੁਰਖ ਨੇ, ਇਹਨਾਂ ਦਾ ਮਤਾ ਬੜਾ ਉੱਚਾ, ਤੁਹਾਡੀ ਸਮਝ 'ਚ ਪੈਣ ਵਾਲਾ ਨਹੀਂ। ਜਿੱਥੇ ਉਹ ਵਰਤਦੇ ਨੇ, ਜਿੱਥੇ ਉਹ ਵਿਚਰਦੇ ਨੇ, ਉਹ ਤੁਸੀਂ ਕਦੇ ਨਹੀਂ ਸਮਝ ਸਕਦੇ। ਭੇਦ ਨ ਜਾਣ ਸਕੋ ਇਨਕੇਰਾ। ਤੁਸੀਂ ਇਹਨਾਂ ਦਾ ਭੇਦ ਨਹੀਂ ਜਾਣ ਸਕਦੇ, ਕਿਉਂਕਿ ਤੁਸੀਂ ਇਹਨਾਂ ਨੂੰ ਕੇਵਲ ਆਪਣਾ ਦਮਾਦ ਕਰਕੇ ਵੇਖ ਰਹੇ ਹੋ। ਤੁਸੀਂ ਇਹਨਾਂ ਦੇ ਭੇਦ ਨੂੰ, ਇਹਨਾਂ ਦੇ ਮਤੇ ਨੂੰ ਨਹੀਂ ਜਾਣ ਸਕਦੇ। ਬਿਨਾ ਏਤ ਤੇ ਆਨ ਅਕਾਵਤ। ਬਿਨਾਂ ਕਾਰਨ ਤੋਂ ਆ ਕੇ ਤੁਸੀਂ ਇਹਨਾਂ ਨੂੰ ਦੁਖੀ ਕਰਦੇ ਹੋ। ਤੁਹਾਨੂੰ ਕੀ ਕਹਿੰਦੇ ਨੇ? ਜੇ ਇੱਥੇ ਬੈਠੇ ਨੇ ਸਾਡੇ ਤੇ ਤਰਸ ਕਰਨ ਵਾਸਤੇ, ਤੇ ਬਾਬਾ ਮੂਲ ਚੰਦ ਜੀ ਕਿਉਂ ਆ ਕੇ ਸਾਹਿਬ ਨੂੰ ਅਕਾਉਂਦੇ ਹੋ? ਕਿਉਂ ਆ ਕੇ ਇੱਥੇ ਬੋਲ ਕਬੋਲ ਬੋਲਦੇ ਹੋ? ਇਹ ਨੈ ਤੁਮ ਕੋ ਕਛੂ ਦੁਖਾਵਤ। ਇਹ ਕੀ ਪੇ ਆਖਦੇ ਨੇ ਤੁਹਾਨੂੰ? ਇਹਨਾਂ ਦੇ ਤਾਂ ਦਰਸ਼ਨ ਹੀ ਹਿਰਦੇ ਬਲਦਿਆਂ ਤਪਦਿਆਂ ਹਿਰਦਿਆਂ ਨੂੰ ਠੰਡ ਪਾਉਣ ਵਾਲੇ ਨੇ। ਇਹ ਤਾਂ ਦੁੱਖਾਂ ਨੂੰ ਨਿਵਾਰਨੇ ਵਾਲੇ ਨੇ। ਇਹ ਭਲਾ ਤੁਹਾਨੂੰ ਕੀ ਕਹਿੰਦੇ ਨੇ ਇੱਥੇ ਬੈਠੇ ਹੋਏ? ਕਿਉਂ ਆ ਕੇ ਬਾਰ-ਬਾਰ ਇਹਨਾਂ ਨੂੰ ਅਕਾਉਂਦੇ ਹੋ? ਨਹੀਂ ਬਿਗਾਰਤ ਕਾਰਜ ਰਾਈ। ਕਿਹੜਾ ਇੱਥੇ ਤੁਹਾਡਾ ਕੰਮ ਪੇ ਵਿਗਾੜਦੇ ਨੇ? ਕੋਈ ਕਿਹੜਾ ਤੁਹਾਡਾ ਇੱਥੇ ਕੋਈ ਨੁਕਸਾਨ ਪੇ ਕਰਦੇ ਹਨ? ਕਛੂ ਨ ਜਾਚਤ ਤੁਮ ਟਿਕ ਜਾਈ। ਚੰਦੋ ਰਾਣੀ ਜੀ, ਕਿ ਤੁਹਾਡੇ ਕੋਲੋਂ ਗੁਰੂ ਨਾਨਕ ਸਾਹਿਬ ਕੁਝ ਮੰਗਦੇ ਪਏ ਨੇ ਇੱਥੇ ਬੈਠੇ? ਇਹ ਤੁਹਾਡੇ ਕੋਲੋਂ ਆ ਕੇ ਕੁਝ ਮੰਗਦੇ ਨਹੀਂ, ਤੁਹਾਨੂੰ ਆ ਕੇ ਕੁਝ ਆਖਦੇ ਕਹਿੰਦੇ ਨਹੀਂ। ਕਉ ਕਟੋਰ ਗਿਰਾ ਦੁਖਦਾਈ। ਤੁਸੀਂ ਮੇਰੇ ਸਾਹਿਬਾਂ ਨੂੰ ਕਿਉਂ ਕਠੋਰ ਬੋਲਦੇ ਜੇ? ਕਿਉਂ ਕੜਵੇ ਬੋਲ ਬੋਲਦੇ? ਉਹਨਾਂ ਨੂੰ ਕੋਈ ਅਸਰ ਨਹੀਂ ਤੁਹਾਡੇ ਬੋਲਾਂ ਦਾ, ਪਰ ਜਦੋਂ ਤੁਸੀਂ ਬੋਲਦੇ ਹੋ ਮੇਰਾ ਹਿਰਦਾ ਦੁਖੀ ਹੁੰਦਾ। ਮੈਂ ਉਹਨਾਂ ਦੇ ਚਰਨਾਂ ਦਾ ਭਵਰਾ ਹਾਂ। ਕਿਉਂ ਤੁਸੀਂ ਇਹੋ ਜਿਹੇ ਕਬੋਲ ਬੋਲਦੇ ਹੋ? ਨਾਹਕ ਰੋਸ ਕਰੋ ਅਕੁਲਾਈ। ਕਿਉਂ ਬਿਨਾਂ ਕਾਰਨ ਤੋਂ ਅਕਲਾਈ ਵਿਆਕੁਲ ਹੋ ਕੇ ਰੋਸ ਕਰਦੇ ਹੋ? ਪਇਓ ਫਕੀਰ ਬ੍ਰਿਕਤ ਮਨ ਮਾਈ। ਇਹ ਤਾਂ ਫਕੀਰ ਹੋ ਗਏ ਨੇ, ਇਹ ਵਿਰਕਤ ਹੋ ਗਏ ਨੇ, ਘਰ-ਬਾਰ ਦੇ ਤਿਆਗੀ ਹੋ ਗਏ ਨੇ। ਅਬ ਤੁਮ ਕਾਜ ਰਿਓ ਕੋ ਨਾਈ। ਹੁਣ ਇਹਨਾਂ ਦੇ ਨਾਲ ਤੁਹਾਡਾ ਕੋਈ ਕੰਮ ਨਹੀਂ ਹੈ। ਇਹਨਾਂ ਨੂੰ ਤੁਹਾਡੇ ਨਾਲ ਕੋਈ ਕੰਮ ਨਹੀਂ, ਕਿਉਂਕਿ ਵਿਰਕਤ ਹੋ ਗਏ ਨੇ। ਵਿਰਕਤ ਹੋ ਕੇ ਫਕੀਰ ਹੋ ਗਏ ਨੇ। ਹੁਣ ਇਹ ਤੁਹਾਡੇ ਨਹੀਂ ਰਹੇ, ਇਹ ਪੂਰੇ ਸੰਸਾਰ ਦੇ ਸਾਂਝੇ ਰਹਿਬਰ ਹੋ ਗਏ ਨੇ। ਹੁਣ ਇਹ ਇਕੱਲੇ ਤੁਹਾਡੇ ਨਹੀਂ ਰਹੇ। ਹਾਂਜੀ, ਕਰ ਸੰਤੋਖ ਸਦਨ ਨਿਜ ਬੈਸੋ। ਹੁਣ ਸਬਰ ਰੱਖੋ, ਸੰਤੋਖ ਰੱਖ ਕੇ, ਧੀਰਜ ਰੱਖ ਕੇ ਸਬਰ ਨਾਲ ਘਰ 'ਚ ਰਹੋ। ਮੁਕਤੇ ਬਚਨ ਕਹੋ ਨੈ ਕੈਸੋ। ਮੇਰੇ ਸਾਹਿਬਾਂ ਨੂੰ ਆ ਕੇ ਆਪਣੇ ਮੁਖੋਂ ਕਦੇ ਕੋਈ ਹੁਣ ਇਹੋ ਜਿਹਾ ਬੋਲ ਨਾ ਬੋਲਿਓ ਜੇ। ਚੌਧਰੀ ਸੀ ਨਾ ਪਿੰਡ ਦਾ, ਤੇ ਬਾਬਾ ਮੂਲ ਚੰਦ ਜੀ ਉਹਨਾਂ ਦੇ ਪਟਵਾਰੀ ਸੀ, ਇਸ ਕਰਕੇ ਥੋੜਾ ਜਿਹਾ ਉਸ ਤਰੀਕੇ ਨਾਲ ਵੀ ਕਹਿੰਦੇ ਆ। ਪਟਵਾਰੀ ਸਾਹਿਬ ਹੁਣ ਮੁੜ ਕੇ ਕਦੇ ਮੇਰੇ ਸਾਹਿਬਾਂ ਕੋਲ ਆ ਕੇ ਇਦਾਂ ਦਾ ਬੋਲ ਕਬੋਲ ਨਾ ਜੇ ਬੋਲਿਓ। ਬੋਲਿਓ ਮੂਲਾ ਤੁਮੋ ਸਿਆਣੇ। ਬਾਬਾ ਮੂਲ ਚੰਦ ਜੀ ਬੋਲੇ, ਕਹਿਣ ਲੱਗੇ ਚੌਧਰੀ ਅਜਿੱਤੇ ਨੂੰ, ਕਹਿੰਦੇ ਚੌਧਰੀ ਸਾਹਿਬ ਤੁਸੀਂ ਸਿਆਣੇ ਹੋ, ਸਮਝਦਾਰ ਹੋ। ਸੁਨੋ ਚੌਧਰੀ ਸਭ ਵਿਦ ਜਾਣੇ। ਤੁਸੀਂ ਇਸ ਇਲਾਕੇ ਦੇ ਚੌਧਰੀ ਹੋ, ਤੁਸੀਂ ਸਿਆਣੇ ਹੋ, ਸਰਬ ਪ੍ਰਕਾਰ ਨਾਲ ਜਾਣਦੇ ਹੋ। ਪ੍ਰਥਮੈ ਇਸ ਟਿਗ ਦਰਬ ਕਨੇਰਾ। ਪਹਿਲਾਂ ਨਾਨਕ ਦੇ ਕੋਲ ਬਹੁਤ ਸਾਰਾ ਧਨ ਸੀ। ਇਹਦਾ ਵੀ ਬੜਾ ਵੱਡਾ ਮੋਦੀ ਖਾਨਾ ਚੱਲਦਾ ਸੀ ਸੁਲਤਾਨਪੁਰ ਸਾਹਿਬ। ਵਾਰੀ ਨਹੀਂ ਸੀ ਆਉਂਦੀ ਸੌਦਾ ਲੈਣ ਵਾਲਿਆਂ ਦੀ। ਏਡਾ ਵੱਡਾ ਪ੍ਰਬੰਧ ਸੀ ਇਹਦੇ ਪਾਸ, ਇਹਦੇ ਕੋਲ ਬਹੁਤ ਧਨ ਸੀ। ਦਿਓ ਲੁਟਾਏ ਸਰਬ ਬਿਨ ਦੇਰਾ। ਬਿਨਾਂ ਦੇਰੀ ਤੋਂ ਇਹਨੇ ਉਹ ਸਾਰਾ ਧਨ ਲੁਟਾ ਕੇ ਰੱਖ ਦਿੱਤਾ। ਇਤਨੀ ਗੁਨੀ ਨਾ ਨਿਜ ਮਨ ਮਾਈ। ਤੇ ਧਨ ਲੁਟਾਉਂਦਿਆਂ ਇਹਨਾਂ ਨੇ ਆਪਣੇ ਮਨ 'ਚ ਇਹ ਨਹੀਂ ਗੁਣਿਆ, ਆਪਣੇ ਮਨ 'ਚ ਇੰਨੀ ਵੀ ਵਿਚਾਰ ਨਹੀਂ ਕੀਤੀ। ਸੁਤ ਬਨਤਾ ਕੈ ਥਲ ਤੇ ਖਾਈ। ਕਿ ਇਹਨਾਂ ਦੇ ਪੁੱਤਰ ਤੇ ਘਰ ਵਾਲੀ ਕਿੱਥੋਂ ਖਾਣਗੇ। ਲੁਟਾਉਂਦੇ ਰਹੇ, ਪਰ ਇਹਨਾਂ ਨੇ ਆਪਣੇ ਮਨ 'ਚ ਇਹ ਨਹੀਂ ਜਾਣੀ ਕਿ ਇਹਨਾਂ ਦਾ ਪਰਿਵਾਰ, ਇਹਨਾਂ ਦੀ ਘਰ ਵਾਲੀ, ਇਹਨਾਂ ਦੇ ਬੱਚੇ ਕਿੱਥੋਂ ਖਾਣਗੇ। ਸਭ ਵਿਵਹਾਰ ਦਰਬ ਤੇ ਹੋਈ। ਚੌਧਰੀ ਸਾਹਿਬ ਦੁਨੀਆ ਦੇ ਜਿੰਨੇ ਕਾਰ ਵਿਹਾਰ ਨੇ ਉਹ ਧਨ ਨਾਲ ਹੁੰਦੇ ਨੇ।
ਪਰਿਵਾਰਾਂ ਦੇ ਜਿੰਨੇ ਖਰਚ ਨੇ ਉਹ ਧਨ ਨਾਲ ਨਿਭਦੇ ਹਨ। ਸੋ ਇਨ ਦੀਨ ਅਕਾਰਥ ਖੋਈ। ਉਹ ਇਹਨਾਂ ਨੇ ਸਾਰਾ ਧਨ ਅਕਾਰਥ ਗਵਾ ਕੇ ਰੱਖ ਦਿੱਤਾ ਹੈ, ਨਿਰਾਰਥ ਗਵਾ ਕੇ ਰੱਖ ਦਿੱਤਾ ਹੈ। ਬੋਰੋ ਤਜੀ ਜਗਤ ਕੀ ਲਾਜਾ। ਅੱਲਾ ਧਨ ਹੀ ਨਹੀਂ ਤਿਆਗਿਆ, ਫਿਰ ਲੋਕਾਂ ਦੀ ਲਾਜ ਵੀ ਛੱਡ ਦਿੱਤੀ ਇਹਨੇ। ਜਗਤ ਦੀ ਸ਼ਰਮ ਲਾਜ ਇਹਨਾਂ ਨੂੰ ਨਹੀਂ ਰਹੀ। ਵੇਖ ਫਕੀਰੀ ਤਨ ਮੈਂ ਸਾਜਾ। ਔਰ ਫਕੀਰਾਂ ਵਾਲਾ ਬੇਸ, ਫਕੀਰੀ ਲਿਬਾਸ ਸਰੀਰ ਤੇ ਧਾਰਨ ਕਰ ਲਿਆ, ਲੋਕ ਲਾਜ ਬਿਲਕੁਲ ਹੀ ਛੱਡ ਦਿੱਤੀ। ਪਰਦੇਸ਼ਨ ਗਮਨਿਓ ਬੋਕਾਲਾ। ਔਰ ਘਰ ਛੱਡ ਕੇ ਪਰਦੇਸ ਨੂੰ ਚਲੇ ਗਏ। ਆ ਵੇਖੋ ਹੁਣ ਤੁਹਾਡੇ ਸਾਹਮਣੇ ਕਿੰਨੇ ਵਰਿਆਂ ਬਾਅਦ ਵਾਪਸ ਪਰਤੇ ਹਨ। ਅਬ ਆਇਓ ਨਿਜ ਤਜਤ ਨ ਚਾਲਾ। ਹੁਣ ਜੇ ਆ ਗਏ ਨੇ ਤੇ ਫਿਰ ਵੀ ਆਪਣੀ ਉਹ ਰੀਤ ਨਹੀਂ ਛੱਡਦੇ, ਫਿਰ ਵੀ ਆਪਣੀ ਉਹੀ ਮਰਿਆਦਾ ਫਕੀਰਾਂ ਵਾਲਾ ਮੈਂ ਕਿਹਾ ਲਿਬਾਸ ਲਾ ਕੇ ਆ ਸੰਸਾਰੀ ਕੱਪੜੇ ਪਹਿਨ ਲੋ, ਨਹੀਂ ਪਹਿਨਦੇ। ਆਲੇ ਵੀ ਆਪਣੀ ਉਹੀ ਬਾਣ ਇਹਨਾਂ ਦੀ ਹੈ, ਇਹ ਨਹੀਂ ਛੱਡਦੇ। ਬੈਠ ਸਮੀਪ ਦੈਤ ਨਿਤ ਛਾਤੀ। ਇੱਥੇ ਮੇਰੇ ਕੋਲ ਬੈਠਿਆਂ ਰੋਜ਼ ਮੇਰੀ ਛਾਤੀ ਸਾੜਦੇ ਐ। ਇਹਨਾਂ ਨੂੰ ਵੇਖ ਵੇਖ ਕੇ ਮੇਰੀ ਛਾਤੀ ਸੜਦੀ ਹੈ। ਜਦੋਂ ਮੈਂ ਇਹਨਾਂ ਦੇ ਤਨ ਤੇ ਫਕੀਰਾਂ ਵਾਲਾ ਲਿਬਾਸ ਵੇਖਦਾ ਤੇ ਮੇਰੀ ਛਾਤੀ ਦਹਿੰਦੀ ਹੈ, ਸੜਦੀ ਹੈ। ਇਸ ਕੀ ਚਿੰਤ ਹਮੇ ਦਿਨ ਰਾਤੀ। ਇਹਦੀ ਚਿੰਤਾ ਦਿਨ ਰਾਤ ਮੇਰੇ ਚਿੱਤ ਵਿੱਚ ਬਣੀ ਰਹਿੰਦੀ ਹੈ। ਜਦੋਂ ਗਿਆ ਸੀ ਮਨ ਚੋਂ ਆਸ ਮੁੱਕ ਗਈ ਸੀ, ਹੁਣ ਜਿਸ ਦਿਨ ਦੇ ਆਏ ਨੇ ਮੈਨੂੰ ਰਾਤ ਨੂੰ ਚੈਨ ਨਹੀਂ ਆਉਂਦਾ। ਹਰ ਵੇਲੇ ਇਹਨਾਂ ਦਾ ਫਿਕਰ ਮੇਰੇ ਮਨ ਵਿੱਚ ਹੈ। ਜੇ ਸ਼ਰੀਕ ਸਭ ਹਸੀ ਉਚਾਰੇ। ਆ ਜਿਹੜੇ ਮੇਰੇ ਸ਼ਰੀਕ ਨੇ ਮੇਰੇ ਤੇ ਹਾਸੀ ਕਰਦੇ ਆ, ਮੇਰੇ ਤੇ ਮਖੌਲ ਕਰਦੇ, ਕਹਿੰਦੇ ਆਹ ਵੇਖੋ ਮੂਲ ਚੰਦ ਦਾ ਜਵਾਈ ਫਕੀਰ ਬਣਿਆ ਆਇਆ ਬੈਠਾ ਹੈ। ਏਦਾਂ ਮੇਰੇ ਤੇ ਮਖੌਲ ਕਰਦੇ ਆ, ਮੈਨੂੰ ਲਾਜ ਆਉਂਦੀ ਆ ਲੋਕਾਂ ਤੋਂ। ਇਹ ਨੈ ਕਹਿ ਕੀ ਸ਼ੰਕ ਵਿਚਾਰੇ। ਪਰ ਇਹਨੂੰ ਕਿਸੇ ਦੀ ਸ਼ੰਕਾ ਹੈ ਹੀ ਨਹੀਂ, ਇਹਨੂੰ ਕਿਸੇ ਦੀ ਸ਼ਰਮ, ਕਿਸੇ ਦੀ ਹਯਾ ਨਹੀਂ ਹੈ। ਬੋਰੋ ਅਜਿੱਤਾ ਬੋਲਿਓ ਬਾਣੀ। ਜਦੋਂ ਬਾਬੇ ਮੂਲ ਚੰਦ ਨੇ ਗੱਲਾਂ ਕਹੀਆਂ, ਭਾਈ ਅਜਿੱਤਾ ਜੀ ਅੱਗੋਂ ਬੋਲੇ, ਕਹਿਣ ਲੱਗੇ ਸੁਨੋ ਚਚਾ ਤੁਮ ਕਹਿਤ ਸਿਆਣੀ। ਕਹਿਣ ਲੱਗੇ ਚਾਚਾ ਜੀ ਸੁਣੋ, ਤੁਸੀਂ ਆਪਣੇ ਹਿਸਾਬ ਨਾਲ ਠੀਕ ਹੋ, ਤੁਸੀਂ ਜੋ ਆਪਣੀ ਦੁਨਿਆਵੀ ਬਿਰਤੀ ਨਾਲ ਵੇਖਣਾ ਉਹਦੇ ਮੁਤਾਬਕ ਤੁਸੀਂ ਸਹੀ ਹੋ। ਜੋ ਪ੍ਰੰਤ ਹੋਵੇ ਸੰਸਾਰੀ। ਪਰ ਇਹ ਗੱਲਾਂ ਉਹਨਾਂ ਵਾਸਤੇ ਸਹੀ ਨੇ ਜਿਹੜਾ ਕੋਈ ਸੰਸਾਰੀ ਬੰਦਾ ਹੋਵੇ। ਤੁਹਾਡੇ ਬੋਲ ਸੰਸਾਰੀ ਬੰਦਿਆਂ ਵਾਸਤੇ ਤਾਂ ਠੀਕ ਨੇ, ਜਿਹੜਾ ਕੋਈ ਸੰਸਾਰੀ ਹੋਵੇ ਉਹਦੇ ਲਈ ਤੁਹਾਡੀਆਂ ਇਹ ਗੱਲਾਂ ਠੀਕ ਨੇ। ਇਸ ਕੋ ਚੈਤ ਸੋ ਅਸ ਬਿਵਹਾਰੀ। ਉਹਨੂੰ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਜਿਵੇਂ ਤੁਸੀਂ ਕਹਿੰਦੇ ਹੋ। ਤੁਹਾਡੀਆਂ ਇਹ ਗੱਲਾਂ ਸੰਸਾਰੀ ਬੰਦਿਆਂ ਵਾਸਤੇ ਸਹੀ ਨੇ ਤੇ ਸੰਸਾਰੀਆਂ ਨੂੰ ਬਿਲਕੁਲ ਇਦਾਂ ਹੀ ਕਰਨਾ ਚਾਹੀਦਾ ਜਿਵੇਂ ਤੁਸੀਂ ਆਖ ਰਹੇ ਹੋ। ਇਨ ਕੋ ਸੁਪਨੇ ਮੋਹ ਨ ਆਵੇ। ਪਰ ਗੁਰੂ ਨਾਨਕ ਸਾਹਿਬ ਸੰਸਾਰੀ ਨਹੀਂ। ਬਾਬਾ ਮੂਲ ਚੰਦ ਜੀ ਗੁਰੂ ਨਾਨਕ ਸਾਹਿਬ ਨਿਰੰਕਾਰੀ ਹਨ, ਨਿਰੰਕਾਰ ਹਨ ਤੇ ਨਿਰੰਕਾਰ ਨੂੰ ਆਹ ਕੰਮ ਨਹੀਂ ਪਾਉਂਦੇ ਜੋ ਤੁਸੀਂ ਕਹਿ ਰਹੇ ਹੋ। ਸੰਸਾਰੀ ਹੋਵੇ ਤਾਂ ਉਹਨੂੰ ਇਦਾਂ ਹੀ ਕਰਨਾ ਚਾਹੀਦਾ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਨਿਰੰਕਾਰ ਨੇ। ਉਹਨਾਂ ਨੂੰ ਸੁਪਨੇ ਵਿੱਚ ਵੀ ਕਿਸੇ ਵਸਤੂ ਨਾਲ ਮੋਹ ਨਹੀਂ। ਸੁਪਨੇ ਵਿੱਚ ਵੀ ਜਾਗਦਿਆਂ ਤਾਂ ਕੀ ਹੋਣਾ, ਸਵਪਨ ਵਿੱਚ ਵੀ ਕਿਸੇ ਵਸਤੂ ਨਾਲ ਉਹਨਾਂ ਅੰਦਰ ਮਮਤਾ ਨਹੀਂ, ਮੋਹ ਨਹੀਂ। ਰਹਿਤੇ ਆਪ ਤਸ ਜਸ ਮਨ ਭਾਵੇ। ਔਰ ਆਪਣੀ ਸਵੈ ਇੱਛਾ ਦੇ ਮਾਲਕ ਨੇ, ਸੁਤੰਤਰ ਨੇ। ਜਿਵੇਂ ਉਹਨਾਂ ਦੇ ਮਨ ਵਿੱਚ ਆਉਂਦੀ ਆ ਤਿਵੇਂ ਰਹਿੰਦੇ ਤੇ ਵਿਚਰਦੇ ਹਨ। ਇਨਕੇ ਆਗੇ ਤੂਸ਼ਨ ਠਾਨੋ। ਇਸ ਕਰਕੇ ਬਾਬਾ ਜੀ ਇਹਨਾਂ ਅੱਗੇ ਚੁੱਪ ਹੀ ਰਹਿਣਾ ਭਲਾ ਹੀ ਹੈ, ਇਹਨਾਂ ਅੱਗੇ ਚੁੱਪ ਰਹਿਣਾ ਹੀ ਭਲਾ ਹੈ। ਇਸ ਵਿਦੇ ਆਪਣਾ ਭਲਾ ਪਛਾਨੋ। ਇਹਦੇ ਚ ਚਾਚਾ ਮੂਲ ਚੰਦ ਜੀ ਤੁਹਾਡਾ ਭਲਾ ਹੋਵੇਗਾ, ਤੁਹਾਡੀ ਕਲਿਆਣ ਹੋਵੇਗੀ ਜੇ ਇਸ ਤਰ੍ਹਾਂ ਮੇਰਾ ਬਚਨ ਮੰਨੋਗੇ। ਮੂਲਾ ਕਹੇ ਨਾ ਹੋ ਅਬ ਕਹੋ। ਬਾਬਾ ਮੂਲ ਚੰਦ ਜੀ ਅੱਗੋਂ ਬੋਲੇ, ਚੌਧਰੀ ਸਾਹਿਬ ਜਿਵੇਂ ਤੁਸੀਂ ਕਹਿੰਦੇ ਹੋ ਮੈਂ ਨਹੀਂ ਕਹਿੰਦਾ ਹੁਣ ਅੱਗੋਂ ਕੁਝ। ਜੇ ਤੁਸੀਂ ਕਹਿੰਦੇ ਹੋ ਤੇ ਮੈਂ ਹੁਣ ਨਹੀਂ ਬੋਲਦਾ। ਨਿਜ ਪਰਿਵਾਰ ਸਮਾਰੇ ਚਾਹੋ। ਪਰ ਇਹਨਾਂ ਨੂੰ ਆਖੋ ਵੀ ਆਪਣਾ ਟੱਬਰ ਤਾਂ ਸਾਂਭਣਾ। ਮੈਂ ਨਹੀਂ ਬੋਲਦਾ ਹੁਣ, ਨਹੀਂ ਕਹਿੰਦਾ ਕੁਝ, ਜੋ ਪਿੱਛੇ ਹੋਇਆ ਸੋ ਹੋ ਗਿਆ। ਪਰ ਇਹਨਾਂ ਨੂੰ ਆਖੋ ਇਹ ਆਪਣਾ ਪਰਿਵਾਰ ਤਾਂ ਸਾਂਭਣ। ਇਹਨਾਂ ਦੇ 2 ਪੁੱਤ ਨੇ, ਘਰ ਵਾਲੀ ਹੈ,
ਇਹਨਾਂ ਨੂੰ ਸੰਭਾਲਣ। ਸਭ ਕੋ ਖਰਚ ਭਰਿਓ ਘਰ ਮੇਰੇ। ਇਹਨਾਂ ਸਾਰਿਆਂ ਦਾ ਖਰਚਾ ਮੇਰੇ ਗਲ ਪਿਆ, ਵੀ ਮੈਨੂੰ ਕਿਹੜਾ ਠੇਕਾ ਇਹਨਾਂ ਦਾ। ਬਾਬਾ ਮੂਲ ਚੰਦ ਕਹਿੰਦੇ ਮੈਨੂੰ ਕਿਹੜੀ ਜ਼ਿੰਮੇਵਾਰੀ ਹੈ ਇਹਨਾਂ ਦੀ ਬਈ, ਇਹਨਾਂ ਦੇ ਟੱਬਰ ਦਾ ਖਰਚਾ, ਇਹਨਾਂ ਦੇ ਪੁੱਤਰਾਂ ਨੂੰ ਮੈਂ ਪਾਲਦਾ ਫਿਰਦਾ, ਮੇਰੇ ਗਲ ਇਹਨਾਂ ਦਾ ਖਰਚਾ। ਇਨ ਸੁਧ ਲਈ ਨਾ ਕਬ ਮੁਰਹੇਰੇ। ਇਹ ਜਿਉਂ ਛੱਡ ਕੇ ਗਏ, ਇਹਨਾਂ ਦੀ ਮੁੜ ਕੇ ਖਬਰ ਨਹੀਂ ਲਈ ਵੀ ਜਿਉਂਦੇ ਨੇ ਕਿ ਮਰ ਗਏ ਨੇ। ਇਹਨਾਂ ਮੁੜ ਕੇ ਕਦੇ ਇਹਨਾਂ ਦੀ ਖਬਰਸਾਰ ਨਹੀਂ ਲਈ। ਸੂਦਾ ਹੋਏ ਨਾ ਏ ਮਮ ਪਾਖੇ। ਮੇਰੇ ਕਹਿਣ ਤੇ ਨਹੀਂ ਇਹਨੇ ਸੁੱਧਾ ਹੋਣਾ, ਸਿੱਧਾ ਹੋਣਾ। ਨਿਤ ਟੇਡੇ ਮਾਰਗ ਪਗ ਰਾਖੇ। ਕਿਉਂਕਿ ਇਹਨੇ ਤਾਂ ਨਿਤ ਟੇਢੇ ਰਾਹ ਤੇ ਹੀ ਚੱਲਣਾ ਹੈ। ਗੁਰੂ ਸਾਹਿਬ ਜੀ ਬਾਬਤ ਬਾਬਾ ਮੂਲ ਚੰਦ ਜੀ ਕਹਿੰਦੇ ਮੇਰੇ ਕਹੇ ਤੇ ਨਹੀਂ ਇਹਨੇ ਸਿੱਧਾ ਹੋਣਾ, ਇਹਨੇ ਤਾਂ ਨਿਤ ਟੇਢੇ ਰਾਹ ਤੇ ਹੀ ਚੱਲਣਾ ਹੈ। ਦੋਹਰਾ ਸੁਨ ਮਹਿਤਾ ਸ੍ਰੀ ਚੰਦ ਪੁਨ ਦੂਜੋ ਲਖਮੀ ਦਾਸ। ਕਹਿਣ ਲੱਗੇ ਚੌਧਰੀ ਸਾਹਿਬ ਸੁਣੋ, ਇੱਕ ਬਾਬਾ ਸ਼੍ਰੀ ਚੰਦ ਜੀ ਨੇ ਇਹਨਾਂ ਦੇ ਪੁੱਤਰ, ਦੂਸਰੇ ਬਾਬਾ ਲਖਮੀ ਦਾਸ ਜੀ ਹਨ। ਤਰੁਣ ਬੈਸ ਤਿਨ ਕੀ ਪਾਈ ਖਾਟੇ ਅਬ ਧਨ ਰਾਸ। ਅੱਗੋਂ ਬੋਲੇ ਚੌਧਰੀ ਅਜਿੱਤਾ ਜੀ, ਕਹਿਣ ਲੱਗੇ ਬਾਬਾ ਮੂਲ ਚੰਦ ਜੀ ਹੁਣ ਤਾਂ ਵੇਲਾ ਨਿਕਲ ਗਿਆ ਖਰਚੇ ਦਾ। ਹੁਣ ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ ਜੀ ਸੁੱਖਾਂ ਨਾਲ ਜਵਾਨ ਹੋ ਗਏ ਨੇ, ਇਹ ਆਪਣਾ ਖਰਚ ਹੁਣ ਆਪ ਚਲਾ ਲੈਣਗੇ। ਚੋਪਈ ਤਿਨ ਕੀ ਮਾਤ ਸੁਸਾ ਸਮਹੇਰੀ। ਜਿਹੜੀ ਇਹਨਾਂ ਦੀ ਮਾਤਾ ਹੈ, ਯਾਨੀ ਕਿ ਮਾਤਾ ਸੁਲੱਖਣੀ ਜੀ, ਤੇ ਹੈ ਬਾਬਾ ਮੂਲ ਚੰਦ ਜੀ, ਉਹਨਾਂ ਨੂੰ ਮੈਂ ਆਪਣੀ ਭੈਣ ਦੀ ਦ੍ਰਿਸ਼ਟੀ ਨਾਲ ਵੇਖਿਆ ਹਮੇਸ਼ਾ। ਤੁਹਾਨੂੰ ਮੈਂ ਚਾਚਾ ਜੀ ਕਹਿੰਦਾ, ਮੇਰੇ ਪਿਤਾ ਜੀ ਨਾਲ ਤੁਹਾਡਾ ਭਰਾਵਾਂ ਵਾਲਾ ਪ੍ਰੇਮ ਹੈ। ਮੈਂ ਸੁਲੱਖਣੀ ਨੂੰ ਹਮੇਸ਼ਾ ਆਪਣੀ ਭੈਣ ਕਰਕੇ ਵੇਖਿਆ। ਓ ਕਰੋ ਤੇ ਸੇਵਕ ਨੇਰੀ। ਜੇ ਨਹੀਂ ਤੇਰੇ ਕੋਲ ਉਹਨਾਂ ਦੀ ਜ਼ਿੰਮੇਵਾਰੀ ਨਿਭਦੀ, ਤੇਰੇ ਗਲ ਤੂੰ ਕਹਿਣਾ ਖਰਚ ਪਿਆ, ਤੇ ਮੈਂ ਉਹਨਾਂ ਦੀ ਸਾਰੀ ਜ਼ਿੰਮੇਵਾਰੀ ਨਿਭਾਵਾਂਗਾ। ਇਹਨਾਂ ਬੱਚਿਆਂ ਨੂੰ ਮੈਂ ਆਪਣੇ ਖਰਚ ਤੇ ਪਾਲਾਂਗਾ। ਪਟੋ ਸਦਨ ਮਮ ਬਿਲਮ ਨ ਲਾਵੋ। ਜੇ ਤੂੰ ਨਹੀਂ ਉਹਨਾਂ ਨੂੰ ਆਪਣੇ ਘਰੇ ਰੱਖ ਸਕਦਾ, ਉਹ ਮੇਰੀ ਭੈਣ ਹੈ, ਇਹ ਮੇਰੇ ਭਾਣਜੇ ਨੇ, ਇਹਨਾਂ ਨੂੰ ਮੇਰੇ ਘਰ ਭੇਜ ਦੇ, ਮੈਂ ਆਪੇ ਘਰ ਵਿੱਚ ਇਹਨਾਂ ਦੀ ਸਾਂਭ ਕਰੂੰ। ਮਹਾਰਾਜ ਆਪਣੇ ਪਿਆਰੇ ਪ੍ਰੀਤਮ ਗੁਰੂ ਨਾਨਕ ਸਾਹਿਬ ਦੇ ਪਰਿਵਾਰ ਦੀ ਸੇਵਾ ਮੈਂ ਆਪ ਕਰੂੰ। ਕਛ ਨੈ ਰਿਦੇ ਸੰਦੇਹ ਉਠਾਵੋ। ਤੇ ਮਨ 'ਚ ਕੋਈ ਸੰਦੇਹ ਨਾ ਰੱਖਿਓ ਬਾਬਾ ਮੂਲ ਚੰਦ ਜੀ, ਕੋਈ ਸੰਸਾ ਨਾ ਕਰਿਓ। ਮੂਲਾ ਕਹੇ ਨਾਇਓ ਬਨ ਆਵੇ। ਬਾਬਾ ਮੂਲ ਚੰਦ ਜੀ ਅੱਗੋਂ ਬੋਲੇ, ਕਹਿੰਦੇ ਚੌਧਰੀ ਸਾਹਿਬ ਏਦਾਂ ਨਹੀਂ ਬਣਦਾ। ਅਮਰੀ ਨਿੰਦਾ ਜਗ ਤੇ ਆਲਾਵੇ। ਲੋਕ ਸਾਡੀ ਨਿੰਦਾ ਕਰਨਗੇ ਵੀ ਪਿਓ ਨੇ ਆਪਣੀ ਧੀ ਨਹੀਂ ਘਰ ਰੱਖੀ, ਫਿਰ ਮੇਰੀ ਨਿੰਦਾ ਕਰਨਗੇ ਲੋਕ, ਲੋਕਾਂ ਵਿੱਚ ਮੇਰੀ ਚਰਚਾ ਚੱਲੇਗੀ। ਆਪਣੀ ਤਨੀਆਂ ਹੈ ਤੇ ਆਹਾਰਾ। ਤੇ ਆਪਣੀ ਧੀ ਨੂੰ 2 ਰੋਟੀਆਂ ਨਹੀਂ ਖਵਾ ਸਕਿਆ ਮੂਲ ਚੰਦ, 2 ਰੋਟੀਆਂ ਵਾਸਤੇ। ਪਰ ਘਰ ਪਠੀ ਕਏ ਸੰਸਾਰਾ। ਪਰਾਏ ਘਰ ਭੇਜ ਦਿੱਤਾ ਆਪਣੀ ਧੀ ਤੇ ਦੋਤਰਿਆਂ ਨੂੰ। ਲੋਕ ਮੇਰੀ ਨਿੰਦਾ ਕਰਨਗੇ, ਮੇਰਾ ਅਪਜਸ ਕਰਨਗੇ, ਮੈਂ ਕਿਵੇਂ ਲੋਕਾਂ ਦੇ ਬੋਲ ਕਬੋਲ ਸਹਾਰਾਂਗਾ। ਕਹੇ ਅਜਿੱਤਾ ਜੇ ਅਸ ਜਾਨੋ। ਸੁਣ ਕੇ ਚੌਧਰੀ ਅਜਿੱਤਾ ਜੀ ਬੋਲੇ, ਕਹਿੰਦੇ ਬਾਬਾ ਮੂਲ ਚੰਦ ਜੀ, ਜੇ ਤੁਸੀਂ ਆਪਣੇ ਮਨ 'ਚ ਇਉਂ ਜਾਣਦੇ ਹੋ, ਨਿਜ ਮੁਖ ਤੇ ਤੂੰ ਸ਼ਨੇ ਮਠਾਨੋ। ਤੇ ਫਿਰ ਚੁੱਪ ਰਹੋ। ਜੇ ਤੁਸੀਂ ਏਦਾਂ ਵੀ ਨਹੀਂ ਮੰਨਦੇ, ਨਾਲੇ ਕਹਿੰਦੇ ਮੇਰੇ ਕੋਲੋਂ ਖਰਚ ਨਹੀਂ ਚੱਲਦਾ ਇਹਨਾਂ ਦਾ, ਮੈਂ ਕਹਿਣਾ ਵੀ ਮੈਂ ਚਲਾ ਦਿੰਨਾ, ਮੇਰੇ ਕੋਲ ਇਹਨਾਂ ਨੂੰ ਭੇਜੋ, ਮੇਰੀ ਭੈਣ ਆ, ਇਹ ਬੱਚੇ ਨੇ, ਇਹ ਵੀ ਨਹੀਂ ਮੰਨਦੇ, ਤੇ ਫਿਰ ਚੁੱਪ ਰਹੋ। ਫਿਰ ਕਿਉਂ ਬੋਲਦੇ ਹੋ? ਕਿਆ ਇਨੇ ਆਗੇ ਜਾਏ ਬਖਾਨਿਓ। ਤੇ ਕਿਉਂ ਫਿਰ ਇਹਨਾਂ ਦੇ ਸਨਮੁਖ ਆ ਕੇ, ਸਾਹਿਬਾਂ ਦੇ ਸਨਮੁਖ, ਗੁਰੂ ਨਾਨਕ ਸਾਹਿਬ ਦੇ ਸਨਮੁਖ ਆ ਕੇ ਬੋਲਦਾ? ਜਿਨ ਕੋ ਭੇਦ ਸੁਜਾਏ ਨਾ ਜਾਣਿਓ। ਜਿਨ੍ਹਾਂ ਦਾ ਭੇਦ ਜਾਣਿਆ ਹੀ ਨਹੀਂ ਜਾ ਸਕਦਾ। ਬਾਬਾ ਮੂਲ ਚੰਦ ਜੀ, ਇਹ ਗੁਰੂ ਨਾਨਕ ਸਾਹਿਬ ਦਾ ਭੇਦ ਨਹੀਂ ਜਾਣਿਆ ਜਾਂਦਾ। ਦੁੱਖ ਸੁਖ ਮੈਂ ਸਮਤਾ ਇਨ ਕੇਰੀ। ਇਹ ਦੁੱਖ ਤੇ ਸੁੱਖ ਵਿੱਚ ਇੱਕ ਸਮਾਨ ਬਿਰਤੀ ਰੱਖਦੇ ਹਨ। ਜੈਸਾ ਦੁੱਖ ਹੈ ਤੈਸਾ ਸੁੱਖ ਹੈ ਇਹਨਾਂ ਵਾਸਤੇ। ਸਾਧ ਰੂਪ ਹੈ ਬ੍ਰਿਕਤ ਕਨੇਰੀ। ਇਹ ਸਾਧ ਰੂਪ ਨੇ ਔਰ ਬਿਰਕਤ ਕਨੇਰੀ, ਵਿਰਕਤ ਹਨ। ਇਹਨਾਂ ਦਾ ਕਿਸੇ ਵਸਤੂ ਨਾਲ ਮੋਹ ਨਹੀਂ, ਕਿਸੇ ਵਸਤੂ ਨਾਲ ਮਮਤਾ ਨਹੀਂ। ਮੂਲਾ ਪੰਥ ਕਹੇ ਜੇ ਸਾਧੂ। ਬਾਬਾ ਮੂਲ ਚੰਦ ਜੀ ਫਿਰ ਬੋਲੇ, ਕਹਿੰਦੇ ਚੌਧਰੀ ਸਾਹਿਬ,
ਜੇ ਇਹ ਸਾਧੂ ਹੈ ਇਹ ਸਮ ਕੋ ਨਾ ਕਰੇ ਅਪਰਾਧੂ। ਤੇ ਫਿਰ ਇਹਦੇ ਵਰਗਾ ਅਪਰਾਧੀ ਕੋਈ ਨਹੀਂ ਹੋਣਾ। ਬਾਬਾ ਮੂਲ ਚੰਦ ਜੀ ਕਹਿੰਦੇ ਜੇ ਇਹ ਸਾਧੂ ਹੈ ਤੇ ਇਹਦੇ ਸਮਾਨ ਕੋਈ ਅਪਰਾਧੂ ਨਹੀਂ, ਅਪਰਾਧ ਕਰਨ ਵਾਲਾ ਨਹੀਂ। ਦੋਹਰਾ ਇਸ ਜੈਸਾ ਖੋਟਾ ਨਾ ਕੋ ਨਿਤ ਛਾਤੀ ਕੀਏ ਦਾਹ। ਬਾਬਾ ਮੂਲ ਚੰਦ ਜੀ ਇੱਥੋਂ ਤੱਕ ਇਹ ਸ਼ਬਦ ਕਹਿ ਦਿੱਤਾ, ਕਹਿੰਦੇ ਇਹਦੇ ਵਰਗਾ ਖੋਟਾ ਨਹੀਂ ਹੋਣਾ ਕੋਈ ਚੌਧਰੀ ਸਾਹਿਬ, ਜਿਹੜਾ ਰੋਜ਼ ਮੇਰੀ ਛਾਤੀ ਸਾੜਦਾ ਹੈ, ਨਿਤ ਮੇਰੀ ਛਾਤੀ ਦੌਂਦਾ ਹੈ। ਮੈਂ ਆਪਣੀ ਧੀ ਆਪਣੇ ਘਰ ਰੱਖੀ ਹੈ, ਦੋਤਰਿਆਂ ਨੂੰ ਪਾਲਿਆ ਹੈ, ਮੈਂ ਜਾਣਦਾ ਹਾਂ ਮੇਰੇ ਤੇ ਕਿਵੇਂ ਬੀਤੀ ਹੈ। ਕੌਣ ਸੁਲੱਛਣ ਸਾਧਕੋ ਨਾਮ ਪਰਿਓ ਜਗ ਮਾਏ। ਕਿਹੜਾ ਲੱਛਣ ਹੈ ਇਹਦੇ ਚ ਸਾਧਾਂ ਵਾਲਾ? ਅਜਿੱਤਾ ਜੀ ਤੁਸੀਂ ਦੱਸੋ ਕਿਹੜਾ ਲੱਛਣ ਹੈ ਇਹਦੇ ਚ ਸਾਧਾਂ ਵਾਲਾ? ਮੈਨੂੰ ਤਾਂ ਕੋਈ ਲੱਛਣ ਨਜ਼ਰ ਨਹੀਂ ਆਉਂਦਾ। ਉਦਾਂ ਹੀ ਲੋਕਾਂ ਵਿੱਚ ਆਪਣੇ ਆਪ ਨੂੰ ਇਹ ਸਾਧ ਕਹਾਉਣ ਲੱਗ ਪਿਆ, ਸਾਧਾਂ ਵਾਲਾ ਇਹਦੇ ਚ ਇੱਕ ਵੀ ਲੱਛਣ ਨਹੀਂ। ਜੋ ਪਈ ਚੰਦੋ ਰਾਨੀ ਕਰ ਕੀ ਫੇਰ। ਬਾਬਾ ਮੂਲ ਚੰਦ ਜਦੋਂ ਬੋਲਿਆ ਤੇ ਲਾਗਿਓ ਚੰਦੋ ਰਾਣੀ ਵੀ ਕੜਕੀ, ਫਿਰ ਇਹ ਵੀ ਰੋਹ ਵਿੱਚ ਆਈ ਹੋਈ ਅੱਗ ਭੰਬੂਲਾ ਹੋਈ ਬੋਲੀ। ਤਪਾ ਰਖਾਇਓ ਆਖਿਆ ਟੇਰ। ਕਹਿੰਦੇ ਆਪਣੇ ਆਪ ਨੂੰ ਇਹ ਤਪਾ ਕਹਾਉਂਦਾ। ਚੰਦੋ ਰਾਣੀ ਬੋਲੀ ਕੋਲੋਂ ਕਹਿੰਦੀ ਇਹ ਤਾਂ ਆਪਣੇ ਆਪ ਨੂੰ ਨਾਨਕ ਤਪਾ ਕਹਾਉਂਦਾ। ਕੀਨੋ ਵੈਰ ਫਕੀਰੀ ਬੇਸਾ। ਔਰ ਬਾਹਰੋਂ ਇਹਨੇ ਆ ਭੇਖ ਧਾਰਨ ਕੀਤਾ ਹੋਇਆ ਫਕੀਰਾਂ ਵਾਲਾ ਲਿਬਾਸ ਹੈ। ਤੀਆ ਸੁਤ ਤਜ ਕੇ ਫਿਰਿਓ ਵਿਦੇਸ਼ਾ। ਔਰ ਆਪਣੀ ਘਰ ਵਾਲੀ ਤੇ ਪੁੱਤਰਾਂ ਨੂੰ ਛੱਡ ਕੇ ਆਪ ਪਰਦੇਸਾਂ 'ਚ ਟੁਰਿਆ ਫਿਰਦਾ। ਕਰ ਅਨਾਥ ਤਿਨ ਗਇਓ ਪਲਾਈ। ਔਰ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਅਨਾਥ ਕਰਕੇ ਭੱਜ ਗਿਆ ਘਰ ਛੱਡ ਕੇ। ਤਨਕ ਨਾ ਮਨ ਮੈਂ ਕਰੁਣਾ ਆਈ। ਖਬਰੇ ਦੇ ਮਨ 'ਚ ਕੋਈ ਰਹਿਮ ਹੈ ਹੀ ਨਹੀਂ। ਇਹਨੂੰ ਆਪਣੇ ਬੱਚਿਆਂ ਤੇ ਕਰੁਣਾ ਨਹੀਂ ਆਉਂਦੀ, ਇਹਨੂੰ ਆਪਣੇ ਬੱਚਿਆਂ ਤੇ ਤਰਸ ਨਹੀਂ ਆਉਂਦਾ। ਪਰ ਇਹ ਨਹੀਂ ਜਾਣਦੀ ਚੰਦੋ ਰਾਣੀ ਗੁਰੂ ਨਾਨਕ ਸਾਹਿਬ ਤਾਂ ਧਰਤੀ ਦੀ ਸਾਰੀ ਕਾਇਨਾਤ ਦੇ ਉੱਤੇ ਤਰਸ ਕਰਕੇ ਹੀ ਤਾਂ ਅਵਤਾਰ ਧਾਰਨ ਕਰਕੇ ਆਏ ਹਨ। ਉਹਨਾਂ ਨੂੰ ਕੇਵਲ ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ ਜੀ ਦਿਸਦੇ ਹੈ। ਗੁਰੂ ਨਾਨਕ ਸਾਹਿਬ ਦੀ ਦ੍ਰਿਸ਼ਟੀ 'ਚ ਸੰਸਾਰ ਦੇ ਸਾਰੇ ਹੀ ਜੀਵ ਹਨ। ਚੰਦੋ ਰਾਣੀ ਕਹਿੰਦੇ ਇਹਦੇ ਮਨ 'ਚ ਕਰੁਣਾ ਕੋਈ ਨਹੀਂ, ਦਇਆ ਕੋਈ ਨਹੀਂ, ਆਪਣੇ ਬੱਚਿਆਂ ਪ੍ਰਤੀ ਇਹਨੂੰ ਕਦੇ ਦਇਆ ਨਹੀਂ ਆਈ। ਓ ਪਰਮੇਸ਼ਰ ਕੋ ਭੈ ਕਰਕੇ। ਮੈਂ ਪਰਮੇਸ਼ਰ ਦਾ ਭੈ ਕਰਕੇ। ਇਸ ਕੋ ਕਹਿਤ ਨ ਕਛੂ ਵਿਚਰ ਕੇ। ਮੈਂ ਰੱਬ ਦਾ ਭੈ ਮੰਨ ਕੇ ਇਹਨੂੰ ਕੁਝ ਕਹਿੰਦੀ ਨਹੀਂ ਵੀ ਕੀ ਕਹਿਣਾ, ਇਹਨੂੰ ਕੀ ਆਖਣਾ, ਕੀ ਬੋਲਣਾ। ਨਾ ਤੁਰ ਮੈਂ ਅਬ ਕਰੋ ਖੁਆਰੂ। ਨਹੀਂ ਤਾਂ ਮੈਂ ਹੁਣ ਇਹੋ ਜੀ ਇਹਦੀ ਖੁਆਰੀ ਕਰਾਂ, ਇਹੋ ਜੀ ਇਹਦੀ ਡੋਂਡੀ ਪਿੱਟਾਂ ਵੀ ਕਿਤੇ ਨਾ ਜਾ ਸਕੇ। ਪ੍ਰਗਟਾਵੋ ਇਹ ਸਵਾਂਗ ਕੁਚਾਰੂ। ਮੈਂ ਇਹਦਾ ਸਵਾਂਗ ਪ੍ਰਗਟ ਕਰਕੇ ਦੱਸਾਂ ਲੋਕਾਂ ਨੂੰ। ਚੰਦੋ ਰਾਣੀ ਕੜਕ ਕੇ ਕਹਿੰਦੀ ਹੈ, ਕਹਿੰਦੀ ਮੈਂ ਰੱਬ ਦੇ ਭੈ ਵਿੱਚ ਆ, ਪਰਮੇਸ਼ਰ ਦਾ ਖੌਫ ਮੰਨਦੀ ਆ, ਨਹੀਂ ਤਾਂ ਮੈਂ ਇਹਦੀ ਇਹੋ ਜੀ ਖੁਆਰੀ ਕਰਾਂ, ਇਹਦਾ ਜਿਹੜਾ ਭੇਖ ਹੈ ਸਾਰਿਆਂ ਵਿੱਚ ਬਾਜ਼ਾਹਰ ਕਰਾਂ, ਪ੍ਰਗਟ ਕਰਾਂ। ਸੁਨ ਸ਼੍ਰੀ ਗੁਰ ਤੂਸ਼ਨ ਹੋਏ ਰਹੇ। ਚੰਦੋ ਰਾਣੀ ਜੋ ਬੋਲ ਰਹੀ ਹੈ, ਬਾਬਾ ਮੂਲ ਚੰਦ ਜੀ ਜੋ ਬੋਲ ਰਹੇ ਨੇ, ਸਾਹਿਬ ਜੀ ਸੁਣ ਰਹੇ ਨੇ। ਪਾਤਸ਼ਾਹ ਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ। ਜਿਨ੍ਹਾਂ ਦੇ ਸਨਮੁਖ ਸੰਸਾਰ ਦੇ ਵੱਡੇ ਵੱਡੇ ਵਿਦਵਾਨ ਮੌਨ ਹੋ ਜਾਂਦੇ ਸੀ ਹੱਥ ਜੋੜ ਕੇ, ਕੁਝ ਬਚਨ ਨਹੀਂ ਸੀ ਆਉਂਦਾ। ਮੇਰੇ ਸਤਿਗੁਰੂ ਜੀ ਅੱਜ ਆਪ ਚੁੱਪ ਕਰਕੇ ਬੈਠੇ ਹਨ ਔਰ ਕੋਈ ਜਵਾਬ ਨਹੀਂ ਪੇ ਦਿੰਦੇ। ਇਹ ਸਤਿਕਾਰ ਸੀ ਕਿਉਂਕਿ ਮਾਤਾ ਪਿਤਾ ਹਨ। ਦੁਨਿਆਵੀ ਮਰਿਆਦਾ ਦਾ ਪਾਲਣ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਰ ਰਹੇ ਨੇ। ਤਨਕ ਬਦਨ ਤੇ ਬਚਨ ਨ ਕਹੇ। ਤਨਕ ਮਾਤਰ ਵੀ ਬੋਲ ਪਾਤਸ਼ਾਹ ਨੇ ਆਪਣੇ ਮੁਖੋਂ ਨਹੀਂ ਕਿਹਾ। ਦੋਹਰਾ ਬੋਲੀ ਬੋਰ ਸੁਲੱਖਣੀ ਤੁਮ ਸੰਗ ਬੋਲਨ ਕਾਜ। ਮਾਤਾ ਸੁਲੱਖਣੀ ਜੀ ਕੋਲ ਬੈਠੇ ਸਨ। ਮਾਤਾ ਜੀ ਨੇ ਹੱਥ ਜੋੜੇ, ਆਖਿਆ ਹੇ ਜਗਤਨਾਥ, ਮੇਰਾ ਵੀ ਦਿਲ ਕਰਦਾ ਮੈਂ ਤੁਹਾਡੇ ਨਾਲ ਅੱਜ ਕੁਝ ਬੋਲਾਂ। ਮੈਂ ਵਰਿਆਂ ਤੋਂ ਚੁੱਪ ਬੈਠੀਆਂ ਬਾਪੂ ਦੇ ਘਰੇ। ਤੁਸੀਂ ਸੁਲਤਾਨਪੁਰ ਸਾਹਿਬ ਤੋਂ ਗਏ, ਮੈਂ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ। ਤੁਸਾਂ ਤਿਆਗਿਆ ਤੇ ਚਲੇ ਗਏ, ਮੈਂ ਚੁੱਪ ਰਹੀ, ਕੁਝ ਨਹੀਂ ਬੋਲੀ। ਮਹਾਰਾਜ ਅੱਜ ਮੈਂ ਤੁਹਾਡੇ ਨਾਲ ਦੋ ਗੱਲਾਂ ਕਰਦੀਆਂ ਹਨ।
ਜਗਤ ਮਾਤਾ ਮਾਤਾ ਸੁਲੱਖਣੀ ਜੀ, ਜੇ ਆਗਿਆ ਹੋਵੇ ਮੇਰੇ ਸੁਆਮੀ ਮੈਂ ਵੀ ਕੁਝ ਬੋਲਾਂ। ਇੱਕ ਬਾਰ ਜਗ ਲਾਜ ਤਜ ਕਿਉਂ ਕਰ ਪਇਓ ਨਿਲਾਜ। ਮਹਾਰਾਜ ਤੁਸੀਂ ਜਗਤ ਦੀ ਲਾਜ ਛੱਡ ਦਿੱਤੀ ਹੈ, ਜਗਤ ਦੀ ਲਾਜ ਨਹੀਂ ਆਪ ਜੀ ਨੂੰ। ਮਹਾਰਾਜ ਗਰੀਬ ਨਵਾਜ ਜਗਤ ਦੀ ਲਾਜ ਨੂੰ ਛੱਡ ਕੇ ਆਪ ਜੀ ਮੈਨੂੰ ਵੀ ਤਿਆਗ ਕੇ ਚਲੇ ਗਏ। ਜੋ ਪਈ ਕਿਉਂ ਤੁਮ ਫਿਰੇ ਮੋਹ ਸੰਗ ਲਾਵਨ। हे ਮੇਰੇ ਸਾਹਿਬ ਅੱਜ ਮੈਂ ਵੀ ਤੁਹਾਡੇ ਨਾਲ ਲਾਂਭੇ ਭਿੜਦੇ ਹਨ। ਮਾਂ ਸੁਲੱਖਣੀ ਪ੍ਰੇਮ ਨਾਲ ਬੇਨਤੀਆਂ ਕਰਦੀ ਹੈ, ਮਹਾਰਾਜ ਅੱਜ ਮੈਂ ਵੀ ਤੁਹਾਡੇ ਨਾਲ ਮਿਹਣੇ ਭਿੜਦੇ ਨੇ। ਜੇ ਜਾਣਾ ਸੀ ਤੁਸੀਂ ਮੈਨੂੰ ਛੱਡ ਕੇ ਕਿਉਂ ਮੇਰੇ ਨਾਲ ਲਾਵਾਂ ਲਈਆਂ ਸਨ, ਕਿਉਂ ਮੇਰੇ ਨਾਲ ਫੇਰੇ ਫਿਰੇ ਸਨ। ਜੇ ਤਨ ਭਗਵੋ ਭੇਖ ਬਨਾਵਨ। ਜੇ ਤੁਸੀਂ ਇਹੀ ਭਗਵੇਂ ਰੰਗ ਦੇ ਬਸਤਰ ਧਾਰਨ ਕਰਨੇ ਸੀ, ਫਕੀਰੀ ਲਿਬਾਸ ਧਾਰਨ ਕਰਨਾ ਸੀ, ਮੁਝ ਕੋ ਕਰ ਅਨਾਥ ਇੱਕ ਬਾਰੀ। ਤੇ ਇੱਕ ਵਾਰੀ ਮੈਨੂੰ ਇਸੇ ਤਰ੍ਹਾਂ ਅਨਾਥ ਕਰਕੇ ਜਾਣਾ ਸੀ, ਤੇ ਕਿਉਂ ਮੇਰੇ ਨਾਲ ਫੇਰੇ ਫਿਰੇ ਸਨ। ਆਏ ਨ ਕਬੋਂ ਸੁਰਤ ਸੰਭਾਰੀ। ਮਹਾਰਾਜ ਇਹੋ ਜਿਹਾ ਲਿਬਾਸ ਧਾਰ ਕੇ ਆਪ ਜਿਉਂ ਗਏ, ਮੁੜ ਕੇ ਆ ਕੇ ਮੇਰੀ ਸਾਰ ਨਹੀਂ ਲਈ, ਮੇਰੀ ਸੁਧ ਨਹੀਂ ਲਈ। ਕਹਤੇ ਅਜਿੱਤਾ ਭਗਨੀ ਸੁਨੀਏ। ਜਦੋਂ ਮਾਤਾ ਜੀ ਬੋਲੇ ਨਾ, ਮਾਤਾ ਸੁਲੱਖਣੀ ਜੀ ਕੋਲੋਂ ਚੌਧਰੀ ਅਜਿੱਤਾ ਜੀ ਬੋਲੇ, ਕਹਿੰਦੇ ਹੇ ਭੈਣ ਸੁਲੱਖਣੀ ਸੁਣ, ਭਲਾ ਆਪਨਾ ਤੂਸ਼ਨ ਗੁਨੀਏ। ਤੇਰਾ ਭਲਾ ਭੈਣ ਸੁਲੱਖਣੀ ਇਸੇ ਵਿੱਚ ਹੈ ਕਿ ਤੂੰ ਸਾਹਿਬ ਦੇ ਸਨਮੁਖ ਚੁੱਪ ਰਹਿ, ਤੂੰ ਨਾ ਕੁਝ ਬੋਲ, ਤੇਰਾ ਇਸੇ ਵਿੱਚ ਹੀ ਭਲਾ ਹੈ। ਅਸਨ ਬਸਨ ਕੀ ਜੇ ਹੋਏ ਚਾਹੀ। ਤੈਨੂੰ ਭੋਜਨ ਚਾਹੀਦਾ ਹੈ, ਬਸਤਰ ਚਾਹੀਦੇ ਨੇ, ਜੋ ਵੀ ਵਸਤੂ ਚਾਹੀਦੀ ਹੈ। ਸੇਵਾ ਕਰੋ ਕਹੋ ਮੁਝ ਪਾਈ। ਮੈਨੂੰ ਦੱਸੀ ਹੁਕਮ ਕਰੀ, ਮੈਂ ਸਰਵ ਪ੍ਰਕਾਰ ਦੀ ਸੇਵਾ ਕਰਾਂਗਾ। ਦੋਹਰਾ ਮਾਤ ਪਿਤਾ ਤੇਰੇ ਕਹੇ ਕਹਿਨ ਉਚਿਤ ਤੁਝ ਨਾਏ। ਇਹ ਭੈਣ ਸੁਲੱਖਣੀ ਤੇਰੇ ਮਾਤਾ ਪਿਤਾ ਬੋਲ ਰਹੇ ਨੇ, ਉਹ ਵੱਡੇ ਨੇ, ਉਹ ਕਹਿ ਸਕਦੇ ਐ, ਪਰ ਸੁਲੱਖਣੀ ਤੂੰ ਇਹਨਾਂ ਦੀ ਦਾਸੀ ਹੈ, ਤੇਰਾ ਕੁਝ ਕਹਿਣਾ ਨਹੀਂ ਬਣਦਾ। ਤੂੰ ਸ਼ਾਂਤ ਹੋ ਕੇ ਚੁੱਪ ਰਹਿ ਕੇ ਇਹਨਾਂ ਦੀ ਆਗਿਆ ਵਿੱਚ ਚੱਲ। ਮੁਖ ਤੇ ਪੰਤ ਕੋ ਬੋਲ ਕੋ ਹੋਏ ਵਿਰੋਧ ਤੁਮ ਮਾਏ। ਜਦੋਂ ਮੁਖੋਂ ਤੁਸੀਂ ਬੋਲੋਗੇ, ਬੋਲਦਿਆਂ ਬੋਲਦਿਆਂ ਅੱਗੇ ਹੋਰ ਬੋਲ ਵਧਦੇ ਚਲੇ ਜਾਣਗੇ, ਉਹ ਬੋਲ ਕਬੋਲਾਂ ਵਿੱਚ ਵਰਤ ਜਾਣਗੇ। ਜੋ ਪਾਈ ਹੈ ਇਨਕੇ ਸੰਗ ਤੁਮਰੋ ਕਾਜਾ। ਇਹ ਭੈਣ ਸੁਲੱਖਣੀ ਤੇਰਾ ਤਾਂ ਇਹਨਾਂ ਨਾਲ ਕੰਮ ਹੈ, ਤੈਂ ਤਾਂ ਆਪਣਾ ਜੀਵਨ ਇਹਨਾਂ ਨਾਲ ਹੀ ਨਿਰਵਾਹ ਕਰਨਾ ਹੈ। ਨਹੀਂ ਸੋ ਸਭ ਬਿਦ ਸੁਖ ਸਾਜਾ। ਤੇਰੇ ਲਈ ਇਹਨਾਂ ਦੇ ਚਰਨਾਂ ਵਿੱਚ ਹੀ ਸਾਰੇ ਸੁਖ ਹਨ। ਕਏ ਸੁਲੱਖਣੀ ਸੁਨ ਮਮ ਭਾਈ। ਮਾਤਾ ਸੁਲੱਖਣੀ ਜੀ ਅੱਗੋਂ ਬੋਲੇ, ਕਹਿਣ ਲੱਗੇ ਮੇਰੇ ਵੀਰ, ਵੀਰ ਜਿੱਤੇ ਸੁਣ। ਉਹ ਕਹਿ ਕੇ ਅਵਲੰਬ ਰਹਾਈ। ਮੈਨੂੰ ਇਹ ਦੱਸ ਵੀ ਮੈਨੂੰ ਕਿਹਦਾ ਆਸਰਾ ਫਿਰ ਇੱਥੇ, ਮੈਂ ਕਿਹਦੇ ਅਵਲੰਬ ਕਿਸ ਦੇ ਆਸਰੇ ਰਹਾ। ਮਾਤ ਪਿਤਾ ਦੇਵਤ ਹੈ ਗਾਰੀ। ਮਾਂ ਸੁਲੱਖਣੀ ਆਪਣਾ ਦੁੱਖ ਰੋ ਰੋ ਕੇ ਦੱਸਦੀ ਹੈ, ਭੂਬਾ ਮਾਰ ਮਾਰ ਦੱਸਦੀ ਹੈ, ਵੀਰ ਜਿੱਤੇ ਮੈਂ ਆਪਣੇ ਘਰ ਵਿੱਚ ਰਹਿਨੀ ਆ ਤੇ ਮੇਰੀ ਮਾਂ ਮੈਨੂੰ ਗਾਲਾਂ ਕੱਢਦੀ ਹੈ, ਪਿਓ ਗਾਲਾਂ ਕੱਢਦਾ ਹੈ। ਕੀ ਕਹਿੰਦੇ ਹਨ? ਆਪਣੇ ਗਰੇ ਤੇ ਚਹਤੇ ਉਤਾਰੀ। ਕਹਿੰਦੇ ਕਦੋਂ ਸਾਡੇ ਗਲੋਂ ਉਤਰੇਗੀ ਇਹ ਬਲਾ। ਇਦਾਂ ਬੋਲਦੇ ਨੇ। ਮੈਂ ਦੋ ਪ੍ਰਸ਼ਾਦੇ ਨਾ ਛਕਾਂ, ਭੁੱਖੀ ਰਹਿ ਕੇ ਬਰਦਾਸ਼ਤ ਕਰ ਸਕਦੀ ਹਾਂ, ਪਰ ਇਹਨਾਂ ਦੇ ਕਬੂਲ ਮੈਂ ਕਿਵੇਂ ਸਹਾਰਾ। ਆ ਵੇਖ ਤੇਰੇ ਸਾਹਮਣੇ ਕਿਵੇਂ ਮੇਰੇ ਸਾਹਿਬ ਨੂੰ ਪੇ ਬੋਲਦੇ ਨੇ, ਮੇਰੇ ਨਾਲ ਇਹ ਕਿਵੇਂ ਗੁਜ਼ਰਦੇ ਹੋਣਗੇ, ਇਹਨਾਂ ਦੇ ਕਬੂਲ ਮੈਂ ਕਿਵੇਂ ਸਹਾਰਾਂ। ਇਹ ਮੈਨੂੰ ਆਪਣੇ ਗਲੋਂ ਲਾਹਣਾ ਚਾਹੁੰਦੇ ਹਨ। ਬੋਲ ਕਬੂਲ ਦੇਤੇ ਤਾਨੇ। ਇਹ ਬਾਰ-ਬਾਰ ਬੋਲ ਕਬੂਲ ਬੋਲ ਕੇ ਮੈਨੂੰ ਤਾਨੇ ਦਿੰਦੇ ਹਨ। ਤੂੰ ਪੀ ਕਰੋ ਫਕੀਰੀ ਬਾਨੇ। ਤੇ ਮੈਨੂੰ ਕਹਿੰਦੇ ਆ ਜਾ ਸੁਲੱਖਣੀ ਤੂੰ ਵੀ ਫਕੀਰ ਬਣ ਕੇ ਟੁਰ ਜਾ ਆਪਣੇ ਪਤੀ ਦੇ ਪਿੱਛੇ। ਮੈਨੂੰ ਕਹਿੰਦੇ ਆ ਤੈਂ ਵੀ ਫਕੀਰੀ ਬਾਣਾ ਧਾਰਨ ਕਰ ਤੇ ਉਹਨਾਂ ਦੇ ਪਿੱਛੇ ਟੁਰ ਜਾ। ਜਾਏ ਬੈਠ ਨਿਜ ਪਤੀ ਕੇ ਪਾਸੋ। ਕਹਿੰਦੇ ਜਾ ਆਪਣੇ ਪਤੀ ਦੇ ਪਾਸ ਬਹਿ ਜਾ। ਕਈ ਦਿਨਾਂ ਦੇ ਆਏ ਬੈਠੇ ਨੇ ਬਾਹਰ ਚੌਧਰੀ ਜਿੱਤੇ ਦੇ ਖੂਹ ਤੇ,
ਤੂੰ ਵੀ ਧਾਰ ਫਕੀਰੀ ਲਿਬਾਸ ਤੇ ਉਹਨਾਂ ਦੇ ਕੋਲ ਜਾ ਕੇ ਬਹਿ ਜਾ। ਸਾਧੂ ਭੇਖ ਕਰੋ ਜਸ ਤਾਸੋ, ਜਿਵੇਂ ਤੇਰੇ ਪਤੀ ਨੇ ਸਾਧੂ ਭੇਖ ਧਾਰਿਆ ਤੂੰ ਵੀ ਸਾਧੂ ਬਣ ਕੇ ਟੁਰ ਜਾ ਸਾਡੇ ਘਰੋਂ। ਪਰੀ ਗਰੇ ਤੂੰ ਸਦਾ ਹਮਾਰੇ, ਤੂੰ ਸਾਡੇ ਗਲ ਪਈ ਹੋਈਆਂ ਸਦਾ, ਤੈਨੂੰ ਕਿੰਨਾ ਕੁ ਚਿਰ ਸਾਂਭ ਕੇ ਰੱਖੀਏ ਘਰ। ਸੋ ਸਭ ਸਾਚੀ ਕਰਤੇ ਉਚਾਰੇ, ਇਹ ਗੱਲਾਂ ਉਚਾਰਨ ਕਰਦੇ ਨੇ, ਸੱਚੀਆਂ ਗੱਲਾਂ ਕਹਿੰਦੇ ਵੀ ਆਖਰਕਾਰ ਮਾਂ-ਬਾਪ ਨੇ, ਬੁੱਢੇ ਨੇ, ਕਿੰਨਾ ਕੁ ਚਿਰ ਮੇਰੀ ਜ਼ਿੰਮੇਵਾਰੀ, ਬੱਚਿਆਂ ਦਾ, ਪਰਿਵਾਰ ਦੀ ਜ਼ਿੰਮੇਵਾਰੀ ਸਾਂਭਣਗੇ। ਦੋਹਰਾ ਮੁਰ ਨਿਣਾਣ ਜੋ ਨਾਨਕੀ, ਜਬ ਜੀਵਤ ਸੁਖਦਾਏ। ਮੇਰੀ ਨਨਾਣ ਬੇਬੇ ਨਾਨਕੀ ਜਦੋਂ ਜੀਵੰਦੀ ਸੀ ਮੈਨੂੰ ਕਿਸੇ ਤਰ੍ਹਾਂ ਦਾ ਫਿਕਰ ਨਹੀਂ ਸੀ। ਜਦੋਂ ਆਉਂਦੀ ਸੀ ਇੱਥੇ ਵੀ ਉਹਨੇ ਆ ਜਾਣਾ ਮੈਨੂੰ ਮਿਲਣ, ਕਦੇ ਰਸਤ ਬਸਤ ਭੇਜ ਦੇਣੀ, ਮੈਨੂੰ ਕੋਈ ਫਿਕਰ ਨਹੀਂ ਸੀ। ਸ੍ਰੀ ਚੰਦ ਤੈ ਸਦਨ ਮੈਂ ਸਭ ਕੁਛ ਪਹਿਰਤ ਖਾਏ। ਮੇਰਾ ਵੱਡਾ ਪੁੱਤਰ ਸ਼੍ਰੀ ਚੰਦ ਉਹਨਾਂ ਦੇ ਘਰ 'ਚ ਰਹਿੰਦਾ, ਸਰਬ ਪ੍ਰਕਾਰ ਦੇ ਸੁੱਖ ਆਨੰਦ ਉਹਨੂੰ ਪ੍ਰਾਪਤ ਸਨ। ਜੋ ਪਈ ਮਨ ਭਾਵਤ ਜੋ ਕਰਤ ਬਿਲਾਸੂ, ਮਨ ਭਾਉਂਦੇ ਬਿਲਾਸ ਉੱਥੇ ਮੇਰਾ ਪੁੱਤ ਕਰਦਾ ਸੀ। ਮੈਂ ਚਿੰਤਾ ਕਾਹੂ ਕੀਤਾਸੂ, ਮੈਨੂੰ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਤੇ ਫਿਕਰ ਨਹੀਂ ਸੀ। ਜਬ ਕਾ ਪਾਤਿਨ ਕੋ ਪਰਲੋਕੂ, ਜਦੋਂ ਦੀ ਮੇਰੀ ਭੈਣ ਬੇਬੇ ਨਾਨਕੀ ਸੱਚਖੰਡ ਚਲੀ ਗਈ ਹੈ, ਹਮ ਕੋ ਪਇਓ ਸਬੇ ਬਿਦ ਸ਼ੋਕੂ, ਮੈਨੂੰ ਸਰਬ ਪ੍ਰਕਾਰ ਨਾਲ ਸ਼ੋਕ ਉਦੋਂ ਦਾ ਵੱਧ ਵਿਆਪਿਆ ਹੈ। 10 ਦਿਸ਼ ਤੇ ਮੁਝ ਬਨਿਓ ਕੋ ਫੇਰਾ, ਮੇਰੇ ਵਾਸਤੇ ਤਾਂ 10 ਦਿਸ਼ਾਵਾਂ 'ਚ ਹੀ ਮੇਰੇ ਲਈ ਹਨੇਰਾ ਵਰਤ ਗਿਆ। ਇਸ ਪ੍ਰਕਾਰ ਹੋਏ ਜੀਵਨ ਮੇਰਾ, 10 ਵੀਰ ਜਿੱਤਿਆ ਮੈਂ ਕਿਸ ਆਸਰੇ ਜੀਵਾਂ, ਮੇਰਾ ਜੀਵਨ ਕਿਵੇਂ ਚੱਲੇ। ਅਸ ਕੈ ਆਂਖਨ ਆਂਸੂ ਗੇਰਤ, ਇਹ ਤਾਂ ਕਹਿ ਕੇ ਮਾਂ ਸੁਲੱਖਣੀ ਨੇਤਰਾਂ 'ਚੋਂ ਨੀਰ ਵਹਾਉਂਦੀ ਹੈ, ਆਪਣੇ ਹਿਰਦੇ ਦੀ ਵੇਦਨ ਦੱਸਦੀ ਹੈ। ਧਨ ਹੈ ਮਾਂ ਸੁਲੱਖਣੀ ਜਿਹਨੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਉਡੀਕ ਵਿੱਚ ਖਬਰੇ ਕਿੰਨੇ ਕੁ ਬੋਲ ਕਬੋਲ ਸਹੇ ਹੋਣਗੇ। ਧਨ ਹੈ ਮਾਂ ਸੁਲੱਖਣੀ, ਧਨ ਹੈ ਜਗਤ ਮਾਤਾ, ਮਾਤਾ ਸੁਲੱਖਣੀ ਦੇ ਚਰਨਾਂ ਤੇ ਨਮਸਕਾਰ ਹੈ। ਊਚ ਸਵਾਸ ਲੈ ਧਰਨੀ ਹੇਰਤ, ਉੱਚੇ ਸਾਹ ਲੈਂਦੀ ਆ ਨਾਲੇ ਜ਼ਮੀਨ ਵੱਲ ਵੇਖਦੀ ਹੈ। ਸ਼੍ਰੀ ਨਾਨਕ ਪਿਕ ਸੁਨ ਕੈ ਬਾਣੀ, ਪਾਤਸ਼ਾਹ ਨੇ ਮਾਤਾ ਚੰਦੋ ਰਾਣੀ ਦੇ ਬੋਲ ਸੁਣ ਲਏ ਨੇ, ਕੁਝ ਨਹੀਂ ਬੋਲੇ। ਬਾਬੇ ਮੂਲ ਚੰਦ ਨੇ ਬਹੁਤ ਕੁਝ ਕਿਹਾ, ਕੁਝ ਨਹੀਂ ਬੋਲੇ। ਜਦੋਂ ਸੁਲੱਖਣੀ ਦੀ ਇਹ ਵੇਦਨ ਮੇਰੇ ਸਾਹਿਬ ਨੇ ਸੁਣੀ, ਜਗਤ ਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਹੁਣ ਆਪਣਾ ਮੁਖ ਮੰਡਲ ਖੋਲਿਆ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੁਣ ਬੋਲੇ ਹਨ। ਹਿਰਦੈ ਵਿਖੇ ਕਰੁਣਾ ਬੋਠਾਨੀ, ਮੇਰੇ ਸਾਹਿਬਾਂ ਦਾ ਹਿਰਦਾ ਕਰੁਣਾ ਨਾਲ ਭਰ ਗਿਆ ਹੈ। ਮਾਤਾ ਸੁਲੱਖਣੀ ਦੇ ਹਿਰਦੇ ਦੀ ਇਹ ਦੀਨਤਾਈ ਵੇਖ ਕੇ ਪਾਤਸ਼ਾਹ ਦਾ ਹਿਰਦਾ ਕਰੁਣਾ ਨਾਲ ਭਰਿਆ ਹੈ। ਕਹਿਤ ਪਏ ਸੁਣ ਚੋਣੀ ਕਾਨਾ, ਮਹਾਰਾਜ ਜੀ ਕਹਿਣ ਲੱਗੇ ਚੋਣੀਏ ਸੁਣ, ਕਿਉਂਕਿ ਚੋਣੇ ਖੱਤਰੀ ਸੀ ਨਾ। ਮਹਾਰਾਜ ਜੀ ਕਹਿੰਦੇ ਆ ਚੋਣੀਏ ਸੁਣ, ਦੁੱਖ ਪੁੰਨ ਭੂਖ ਜੇ ਕਰੋ ਪਰਵਾਨਾ। ਹਾਂ, ਸਾਡੇ ਨਾਲ ਰਹਿਣਾ ਤੇ ਫਿਰ ਦੁੱਖ ਤੇ ਭੁੱਖ ਦੋਵੇਂ ਪ੍ਰਵਾਨ ਕਰੇਂਗੀ, ਕਿਉਂਕਿ ਸਾਡੇ ਨਾਲ ਤਾਂ ਦੁੱਖ ਵੀ ਝੱਲਣਾ ਪੈਣਾ ਤੇ ਭੁੱਖ ਵੀ ਝੱਲਣੀ ਪੈਣੀ ਹੈ। ਗਰੀਬ ਨਵਾਜ ਪਾਤਸ਼ਾਹ ਜੀ ਫਰਮਾਇਆ, ਕਹਿੰਦੇ ਜੇ ਸਾਡੇ ਨਾਲ ਰਹਿਣਾ ਹੈ ਸੁਲੱਖਣੀ ਤਾਂ ਦੁੱਖ ਤੇ ਭੁੱਖ ਬਰਦਾਸ਼ਤ ਕਰਨੀ ਪਵੇਗੀ। ਰਹੋ ਨਿਕਟ ਹੱਠ ਕਰੋ ਕਨੇਰਾ, ਜੇ ਤਾਂ ਹੱਠ ਕਰਦੀਆਂ ਤੇ ਫਿਰ ਸਾਡੇ ਕੋਲ ਰਹਿਣਾ ਕਰ। ਜੋ ਹਮ ਹਾਲ ਸੋ ਹੋਵੇ ਤੇਰਾ, ਜੋ ਸਾਡਾ ਹਾਲ ਹੋਵੇਗਾ ਉਹ ਹਾਲ ਤੇਰਾ ਹੋਵੇਗਾ। ਬਨੇ ਸੁਲੱਖਣੀ ਸੁਨ ਬਚ ਮੋਰੇ, ਮਹਾਰਾਜ ਜੀ ਦੇ ਬਚਨ ਸੁਣ ਕੇ ਧੰਨ ਮਾਂ ਸੁਲੱਖਣੀ ਜੀ ਬੋਲੇ, ਕਹਿਣ ਲੱਗੇ ਹੇ ਪ੍ਰਭੂ ਜੀ ਸੁਣੋ। ਮੈਂ ਭੂਖਨ ਜਾਂ ਚੋਂ ਟਿਗ ਤੇ ਤੋਰੇ, ਇਹ ਸਵਾਮੀ ਲੋਕਾਂ ਦੀਆਂ ਔਰਤਾਂ ਜਨਾਨੀਆਂ ਇਸਤਰੀਆਂ ਆਪਣੇ ਪਤੀਆਂ ਕੋਲੋਂ ਗਹਿਣੇ ਮੰਗਦੀਆਂ ਨੇ, ਆਭੂਸ਼ਣ ਮੰਗਦੀਆਂ ਨੇ, ਸੋਹਣੇ ਕੱਪੜੇ ਤੇ ਬਸਤਰ ਮੰਗਦੀਆਂ ਨੇ। ਹੇ ਮੇਰੇ ਸਿਰ ਦੇ ਸਾਈਂ, ਮੈਂ ਇਹਨਾਂ ਚੋਂ ਕਦੇ ਕੋਈ ਵਸਤੂ ਤੁਹਾਡੇ ਕੋਲੋਂ ਨਾ ਮੰਗਾਂਗੀ, ਮੈਂ ਤੁਹਾਡੇ ਕੋਲੋਂ ਕਦੇ ਕੋਈ ਆਭੂਸ਼ਣ ਨਹੀਂ ਮੰਗਾਂਗੀ। ਹਿਰਦੈ ਵਿਖੇ ਚਾਹੋ ਨਿਤ ਐਸੇ, ਇਹ ਪਾਤਸ਼ਾਹ ਮੈਂ ਤਾਂ ਆਪਣੇ ਨਿਤ ਹਿਰਦੇ ਵਿੱਚ ਇਹ ਚਾਹੁੰਦੀ ਹਾਂ ਤੁਮ ਜਿਉ ਹਾਲ ਹੋਏ ਮਮ ਤੈਸੇ, ਕਿ ਮਹਾਰਾਜ ਜਿਹੋ ਜਿਹਾ ਹਾਲ ਤੁਹਾਡਾ ਮੇਰਾ ਵੀ ਉਹੋ ਜਿਹਾ ਬਣ ਜਾਏ। ਮੈਂ ਤਾਂ ਇਹ ਚਾਹੁੰਦੀ ਹਾਂ।
ਕਿ ਜੈਸਾ ਹਾਲ ਤੁਹਾਡਾ ਹੈ ਤੈਸਾ ਮੇਰਾ ਹੋ ਜਾਵੇ। ਦੁੱਖ ਭੁੱਖ ਸਹਿ ਕੇ ਆਪਨ ਸਰੀਰਾ, ਮੈਂ ਦੁੱਖ ਵੀ ਝੱਲਾਂਗੀ ਆਪਣੇ ਤਨ ਤੇ, ਭੁੱਖ ਵੀ ਆਪਣੇ ਸਰੀਰ ਤੇ ਝੱਲ ਲਵਾਂਗੀ, ਪਰ ਤੁਹਾਡਾ ਵਿਛੋੜਾ ਹੁਣ ਹੋਰ ਨਹੀਂ ਝੱਲਿਆ ਜਾਂਦਾ। ਰਉ ਸਦੀਵ ਤੁਮਾਰੇ ਤੀਰਾ, ਇਹ ਕਿਰਪਾ ਕਰ ਦਿਓ ਮੈਂ ਸਦਾ ਤੁਹਾਡੇ ਚਰਨਾਂ ਦੇ ਪਾਸ ਰਹਾ, ਤੁਹਾਡੇ ਚਰਨਾਂ ਦੀ ਪਨਾਹ ਵਿੱਚ ਰਹਾ। ਪ੍ਰਭ ਬੋਲੇ ਜੇ ਅਸਮਨ ਤੇਰੇ, ਗਰੀਬ ਨਵਾਜ ਪਾਤਸ਼ਾਹ ਜੀ ਬੋਲੇ, ਕਹਿੰਦੇ ਸੁਲੱਖਣੀ ਜੇ ਤੇਰੇ ਮਨ ਵਿੱਚ ਇਸ ਤਰ੍ਹਾਂ ਦੀ ਭਾਵਨਾ ਹੈ, ਆਨੋ ਸੁਤ ਅਬ ਕਰੋ ਨਾ ਦੇਰੇ, ਜਾਂ ਫਿਰ ਦੇਰੀ ਨਾ ਕਰ, ਆਪਣੇ ਦੋਵੇਂ ਪੁੱਤਰਾਂ ਨੂੰ ਬਾਬੇ ਸ਼੍ਰੀ ਚੰਦ ਤੇ ਲਖਮੀ ਦਾਸ ਜੀ ਨੂੰ ਲੈ ਆ। ਸਭ ਕਰਤਾਰ ਕਰੇ ਗੋ ਨੀਕੀ, ਅੱਗੇ ਜੋ ਕਰਤਾਰ ਕਰੇਗਾ ਭਲਾ ਹੀ ਕਰੇਗਾ, ਜੋ ਕਰਤਾਰ ਕਰੇਗਾ ਉਹ ਭਲਾ ਹੀ ਕਰੇਗਾ। ਜੇ ਸ਼ਰਦਾ ਐਸੀ ਦਿੜ ਜੀ ਕੀ, ਜੇ ਤੇਰੇ ਹਿਰਦੇ ਦੀ ਇਉਂ ਪਰਪੱਕ ਸ਼ਰਧਾ ਹੈ, ਸੁਨੇ ਸੁਲਖਨੀ ਅਸ ਬਚ ਜਬਈ। ਜਦੋਂ ਸਤਿਗੁਰੂ ਜੀ ਦੇ ਇਹ ਬਚਨ ਮਾਤਾ ਸੁਲੱਖਣੀ ਜੀ ਨੇ ਸੁਣੇ, ਤੂਰਨ ਗਈ ਸਦਨ ਕੋ ਤਬਈ, ਬਿਨਾਂ ਦੇਰੀ ਤੋਂ ਪੈਰ 'ਚ ਜੋੜਾ ਨਹੀਂ ਸੰਭਾਲਿਆ, ਮਾਂ ਸੁਲੱਖਣੀ ਘਰ ਗਈ। ਦੋਨੋਂ ਸੁਤਲੇ ਕਰ ਨਿਜ ਸੰਗਾ, ਆਪਣੇ ਦੋਨਾਂ ਪੁੱਤਰਾਂ ਨੂੰ ਆਪਣੇ ਨਾਲ ਲੈ ਕੇ ਹਰਖ ਤੇ ਆਈ ਕਰਤੇ ਉਮੰਗਾ, ਹਿਰਦਾ ਖਿੜਿਆ ਹੋਇਆ ਮੇਰੇ ਸਾਹਿਬ ਦੇ ਚਰਨਾਂ 'ਚ ਮੈਨੂੰ ਥਾਂ ਮਿਲਣ ਲੱਗੀ ਹੈ। ਬੜੀ ਖੁਸ਼ ਹੈ ਮਾਂ ਸੁਲੱਖਣੀ, ਦੋਨੇ ਪੁੱਤਰਾਂ ਨੂੰ ਨਾਲ ਲੈ ਕੇ ਆਈ। ਮੂਲ ਚੰਦ ਪੁਨ ਚੰਦੋ ਰਾਣੀ, ਇਧਰ ਬਾਬਾ ਮੂਲ ਚੰਦ ਤੇ ਮਾਤਾ ਚੰਦੋ ਰਾਣੀ, ਘਰ ਗਮਨੀ ਮਨ ਬੋ ਮੁਰਝਾਣੀ, ਇਹਨਾਂ ਦੇ ਮਨ ਮੁਰਝਾਏ ਤੇ ਘਰ ਨੂੰ ਗਏ ਹਨ। ਬੋਰੋ ਬੋਲ ਨ ਕੋ ਆਵਤ, ਮੁੜ ਕੇ ਨਹੀਂ ਇਹਨਾਂ ਨੂੰ ਕੋਈ ਬੋਲ ਆਇਆ ਵੀ ਹੁਣ ਕੀ ਬੋਲੀਏ ਤੇ ਕੀ ਆਖੀਏ। ਹੋਏ ਤੂਸ਼ਨ ਹਿਰਦੇ ਪਛਤਾਵਤ, ਤੇ ਨਾਲੇ ਪਛਤਾਉਂਦੇ ਵੀ ਆ। ਜਦੋਂ ਬੰਦਾ ਕੋਈ ਉੱਚਾ ਭਾਰਾ ਬੋਲਦਾ ਨਾ, ਕਠੋਰ ਬੋਲਦਾ, ਬਾਅਦ ਚ ਉਹਨੂੰ ਪਛਤਾਵਾ ਵੀ ਹੁੰਦਾ, ਮਨ ਹੀ ਮਨ ਮੈਂ ਕਾਹਨੂੰ ਬੋਲਣਾ ਸੀ। ਏਦਾਂ ਪਛਤਾਉਂਦੇ ਜਾ ਰਹੇ ਨੇ। ਦੋਹਰਾ ਸ੍ਰੀ ਚੰਦ ਕੋ ਸੰਗ ਲੈ ਦੂਸਰ ਲਖਮੀ ਦਾਸ, ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਜੀ ਨੂੰ ਔਰ ਬਾਬਾ ਲਖਮੀ ਦਾਸ ਜੀ ਮਹਾਰਾਜ ਜੀ ਨੂੰ ਨਾਲ ਲੈ ਕੇ ਆਏ। ਸੁਲਖਨੀ ਬੈਠ ਗਈ ਪਾਏ ਹਰਕ ਸੁਖ ਰਾਸ, ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਮਾਤਾ ਜੀ ਬੈਠ ਗਏ ਨੇ ਤੇ ਬੜੇ ਹੀ ਖੁਸ਼ ਤੇ ਪ੍ਰਸੰਨ ਹਨ। ਚੋਪਈ ਜੈ ਬੈਠੇ ਅਗ ਓਗ ਨਿਕੰਦਨ, ਜਿੱਥੇ ਪਾਪਾਂ ਦਾ ਨਾਸ਼ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਬੈਠੇ ਹਨ। ਦ્વੈ ਸੁਤ ਕੀਨ ਚਰਨ ਪਰ ਬੰਦਨ, ਸਤਿਗੁਰਾਂ ਦੇ ਦੋਨਾਂ ਸਪੁੱਤਰਾਂ ਨੇ ਗੁਰੂ ਚਰਨਾਂ ਤੇ ਆ ਕੇ ਮੱਥਾ ਟੇਕਿਆ। ਰਹਿਣ ਲਗੇ ਨਿਜ ਪਿਤ ਕੇ ਪਾਸੋ, ਹੁਣ ਇੱਥੇ ਹੀ ਟਿਕਾਣਾ ਕਰ ਲਿਆ ਮਹਾਰਾਜ ਜੀ ਦੇ ਪਾਸ ਹੀ। ਚਿੰਤਾ ਸਗਰੀ ਕੀਨ ਬਿਨਾਸ਼ੋ, ਮਨ ਦੀ ਸਾਰੀ ਚਿੰਤਾ ਦੂਰ ਕਰ ਦਿੱਤੀ। ਸਰਬ ਪ੍ਰਕਾਰਨ ਸੇਵਾ ਜੋ, ਇਧਰ ਭਾਈ ਅਜਿੱਤਾ ਜੀ ਸਰਬ ਪ੍ਰਕਾਰ ਦੀ ਸੇਵਾ ਕਰਦੇ ਹਨ। ਕਰੇ ਅਜਿੱਤਾ ਹਿਤ ਤਰਸੋ, ਬੜੇ ਹਿੱਤ ਨਾਲ ਸੇਵਾ ਟਹਿਲ ਕਰਦੇ ਹਨ। ਅਤ ਅਜ਼ਮਤ ਮੈਂ ਪੂਰਨ ਹੋਇਓ, ਔਰ ਅਜ਼ਮਤ ਵਿੱਚ ਕਲਾ ਵਿੱਚ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਦਇਆ ਨਾਲ ਅਜਿੱਤਾ ਜੀ ਪੂਰਨ ਹੋ ਗਏ। ਜਨਮ ਮਰਨ ਕੋ ਸੰਸਾ ਖੋਇਓ, ਆਪਣੇ ਜਨਮ ਮਰਨ ਦਾ ਸੰਸਾ ਨਿਵਾਰ ਦਿੱਤਾ ਹੈ। ਗੁਰੂ ਸਾਹਿਬ ਜੀ ਦੀ ਕਿਰਪਾ ਵਰਤ ਰਹੀ ਹੈ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਕਰਤਾਰਪੁਰ ਸਾਹਿਬ ਨਗਰ ਵਸਾ ਰਹੇ ਹਨ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰਾਂ ਦੀ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਾਧ ਸੰਗਤ ਜੀ ਬੇਨਤੀ ਹੈ ਕਿ 14 ਜੂਨ ਤੋਂ 20 ਜੂਨ ਤੱਕ ਬੱਚਿਆਂ ਦਾ ਗੁਰਮਤਿ ਸਿਖਲਾਈ ਕੈਂਪ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਲੱਗ ਰਿਹਾ ਹੈ। ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਸ ਕੈਂਪ ਦੇ ਵਿੱਚ ਹਾਜ਼ਰੀ ਭਰਵਾਉਣੀ ਹੈ, ਉਹ ਹੈਡ ਗ੍ਰੰਥੀ ਸਾਹਿਬ ਦੇ ਦਫ਼ਤਰ ਚੋਂ ਫਾਰਮ ਲੈ ਕੇ ਭਰ ਕੇ ਜਮ੍ਹਾਂ ਕਰਾ ਦੇਣ, ਤਾਂ ਜੋ ਬੱਚਿਆਂ ਦੇ ਰਹਿਣ ਸਹਿਣ ਦਾ, ਉਹਨਾਂ ਦੇ ਪੜ੍ਹਾਉਣ ਦਾ ਸਾਰਾ ਪ੍ਰਬੰਧ ਜਿਹੜਾ ਉਹ ਸਹੀ ਤਰੀਕੇ ਨਾਲ ਕੀਤਾ ਜਾ ਸਕੇ। ਇਹ ਬੇਨਤੀ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਹੈ। ਆਪ ਜੀ ਨੇ ਪ੍ਰਵਾਨ ਕਰਨੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾਂ ਕੀ ਸਦਾ ਬਵੇਕ ਹੇ ਅਪਰੰਪਰ ਹਰ ਹਰੇ ਪੀਓ ਅਣਹਾਰੇ ਹੇ ਸੰਤ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹੋਂ ਦਾਸਰੋ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਕੋਈ ਐ ਪਰੋਇ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਓਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਵਾਹਿਗੁਰੂ।